हाँ जी, ਹੈਲੋ ਸਟੂਡੈਂਟਸ। ਇਕਾਂਗੀ ਜਿਹੜੀ ਆ ਆਪਣੀ ਖਤਮ ਹੋਈ ਸੀ। ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ ਔਰ ਉਸੇ ਹੀ ਇਕਾਂਗੀ ਦੇ ਜਿਹੜੇ ਕੁਐਸਚਨ ਆਨਸਰਸ ਆ ਉਹ ਡਿਸਕਸ ਕਰਨ ਲਈ ਜਿਹੜੀ ਆ ਵੀਡੀਓ ਬਣਾਈ ਹੈ ਮੈਂ। ਫਸਟ ਪੈਰਾਗ੍ਰਾਫ ਦੇਖੋ, ਤੁਹਾਡੀ ਜਿਹੜੀ ਵਰਕ ਬੁੱਕ ਹੈ ਪੇਜ ਨੰਬਰ 173 ਅਭਿਆਸ ਦੇ ਵਿੱਚ ਜਿਹੜਾ ਪਹਿਲਾ ਪੈਰਾਗ੍ਰਾਫ ਹੈ ਉਹ ਆਲਰੇਡੀ ਸੋਲਵਡ ਹੈ, ਉਹਨਾਂ ਨੇ ਹੱਲ ਕੀਤਾ ਹੋਇਆ ਹੈ। ਸੋ ਅੱਜ ਜਿਹੜਾ ਹੈ ਪੈਰਾਗ੍ਰਾਫ ਨੰਬਰ 2 ਹੇਠ ਲਿਖੇ ਪ੍ਰਸ਼ਨ ਵਿਦਿਆਰਥੀ ਆਪ ਹੱਲ ਕਰਨ, ਉਤੋਂ ਜਿਹੜਾ ਆਪਾਂ ਸ਼ੁਰੂ ਕਰਦੇ ਆ ਕਿ ਉਹਨਾਂ ਦੇ ਆਨਸਰ ਜਿਹੜੇ ਆ ਉਹ ਕਿਸ ਤਰ੍ਹਾਂ ਬਣਾਉਣੇ ਆ। ਪਹਿਲਾ ਜਿਹੜਾ ਹੈ ਪੈਰਾਗ੍ਰਾਫ ਨੰਬਰ 2 ਦੀਆਂ ਸਤਰਾਂ ਪੜ੍ਹਦੀਆਂ। ਬੱਚੇ, ਓਏ ਲੋਕੋ ਜੇਡੀ, ਇਸ ਬਸਤੇ ਨੇ ਸਾਡੀ ਜਾਨ ਉੱਤੇ ਕੀ ਨਾ ਜ਼ੁਲਮ ਕਮਾਏ ਲੋਕੋ। ਸਾਡੇ ਕੱਦ ਇਹਨੇ ਕਰਤੇ ਛੋਟੇ ਛੋਟੇ, ਉਹ ਐਨਕਾਂ ਦੇ ਨੰਬਰ ਵਧਾਏ ਲੋਕੋ। ਇਹਨੂੰ ਚੁੱਕ ਚੁੱਕ ਪਿੱਠ ਵਿੱਚ ਚਿੱਬ ਪੈ ਗਏ, ਮੋਢੇ ਹੇਠਾਂ ਨੂੰ ਸਾਡੇ ਲਟਕਾਏ ਲੋਕੋ। ਨਾਲੇ ਭਾਰ ਢੋਈਏ ਨਾਲੇ ਮਾਰੀਏ ਮੱਥਾ, ਬੰਦਿਆਂ ਤੋਂ ਗਧੇ ਬਣਾਏ ਲੋਕੋ। ਹੁਣ ਸਭ ਤੋਂ ਪਹਿਲਾਂ ਇਹਦੇ 'ਚ ਕੁਐਸਚਨ ਹੈ, ਇਹ ਵਾਰਤਾਲਾਪ ਕਿਸ ਸੰਦਰਭ ਵਿੱਚ ਬੋਲਿਆ ਗਿਆ ਹੈ। ਸੰਦਰਭ ਦਾ ਮਤਲਬ ਹੁੰਦਾ ਕਿ ਜਿਹੜੀ ਇਹ ਗੱਲਬਾਤ ਹੈ ਉਸ ਸਤਰਾਂ ਦੇ ਵਿੱਚ ਗੱਲਬਾਤ ਦਾ ਮੁੱਖ ਮੁੱਦਾ ਜਾਂ ਮੁੱਖ ਵਿਸ਼ਾ ਕੀ ਹੈ, ਕਿਸ ਵਿਸ਼ੇ ਨੂੰ ਲੈ ਕੇ ਇਹ ਸਤਰਾਂ ਜਿਹੜੀਆਂ ਆ ਉਹ ਉਚਾਰੀਆਂ ਗਈਆਂ। ਹੁਣ ਜੇਕਰ ਆਪਾਂ ਸਾਰੀਆਂ ਸਤਰਾਂ ਪੜ੍ਹੀਏ ਨਾ ਤਾਂ ਇਹਦੇ ਵਿੱਚ ਸਾਰੀਆਂ ਸਤਰਾਂ ਦੇ ਵਿੱਚ ਹੀ ਜਿਹੜਾ ਹੈ ਨਾ ਉਹ ਬਸਤੇ ਦੇ ਬੋਝ ਬਾਰੇ ਗੱਲਬਾਤ ਕੀਤੀ ਗਈ ਹੈ ਕਿ ਬਸਤੇ ਦੇ ਬੋਝ ਕਾਰਨ ਜਿਹੜਾ ਹੈ ਉਹ ਬੱਚਿਆਂ ਦਾ ਸਿਹਤ ਪੱਖੋਂ ਕੀ ਨੁਕਸਾਨ ਹੋ ਰਿਹਾ ਆ, ਉਸ ਚੀਜ਼ ਦਾ ਜ਼ਿਕਰ ਇਹਨਾਂ ਸਤਰਾਂ ਦੇ ਵਿੱਚ ਕੀਤਾ ਗਿਆ ਆ। ਸੋ ਉਸ ਲਿਹਾਜ਼ ਦੇ ਨਾਲ ਬੇਟੇ ਜਿਹੜਾ ਹੈ ਅਸੀਂ ਕੀ ਲਿਖਣਾ ਆ ਇੱਥੋਂ, ਇਹ ਵਾਰਤਾਲਾਪ ਦਾ ਮੁੱਖ ਸੰਦਰਭ ਕਿਸ ਕੱਟ ਦੇਣਾ, ਮੁੱਖ ਸੰਦਰਭ ਬਸਤੇ ਦੇ ਬੋਝ ਕਾਰਨ ਫੁੱਲਾਂ ਵਰਗੇ ਮਾਸੂਮ ਬੱਚੇ ਜੋ ਸਰੀਰਕ ਪੱਖੋਂ ਕਮਜ਼ੋਰ ਹੋ ਰਹੇ ਆ ਨਾ ਉਹਨੂੰ ਬਿਆਨ ਕਰਨਾ ਆ, ਇਹਦਾ ਜਿਹੜਾ ਸੰਦਰਭ ਆ। ਠੀਕ ਹੈ, ਬਸਤੇ ਦੇ ਬੋਝ ਕਾਰਨ ਜਿਹੜੇ ਫੁੱਲਾਂ ਵਰਗੇ ਮਾਸੂਮ ਬੱਚੇ ਆ ਉਹਨਾਂ ਦਾ ਜੋ ਸਰੀਰਕ ਪੱਖੋਂ ਨੁਕਸਾਨ ਹੋ ਰਿਹਾ ਨਾ ਉਹਨੂੰ ਪੇਸ਼ ਕਰਨਾ ਇਹਨਾਂ ਸਤਰਾਂ ਦਾ ਮੁੱਖ ਸੰਦਰਭ ਆ। ਹੁਣ ਜਿਹੜੇ ਬਸਤੇ ਆ ਉਹਨਾਂ ਦੇ ਬੋਝ ਥੱਲੇ ਜਿਹੜੇ ਬੱਚੇ ਆ, ਭੋਲੇ ਭਾਲੇ ਮਾਸੂਮ ਬੱਚੇ ਆ ਨਾ, ਉਹ ਸਰੀਰਕ ਪੱਖੋਂ ਕੀ ਹੋ ਰਹੇ ਆ, ਕਮਜ਼ੋਰ ਹੋ ਰਹੇ ਆ, ਕਿਉਂਕਿ ਉਹਨਾਂ ਦਾ ਜਿਹੜਾ ਬਸਤਿਆਂ ਦਾ ਬੋਝ ਆ ਉਹ ਲੱਦ ਕੇ ਸਰੀਰਕ ਵਿਕਾਸ ਉਹਨਾਂ ਦਾ ਰੁਕ ਜਾਂਦਾ ਆ, ਪੂਰੀ ਤਰ੍ਹਾਂ ਨਹੀਂ ਹੁੰਦਾ, ਜਿਸ ਕਰਕੇ ਜਿਹੜੇ ਬੱਚੇ ਆ ਉਹਨਾਂ ਦਾ ਵਿਕਾਸ ਰੁਕਣ ਕਰਕੇ ਉਹਨਾਂ ਦੇ ਕੱਦ ਜਿਹੜੇ ਆ ਉਹ ਛੋਟੇ ਰਹਿ ਜਾਂਦੇ ਆ, ਅੱਖਾਂ 'ਤੇ ਉਹਨਾਂ ਦੇ ਐਨਕਾਂ ਲੱਗ ਜਾਂਦੀਆਂ ਆ ਔਰ ਉਹਨਾਂ ਦੀ ਹਾਲਤ ਜਿਹੜੀ ਹੈ ਨਾ ਉਹ ਗਧਿਆਂ ਵਰਗੀ ਹੋ ਜਾਂਦੀ ਆ। ਇਸ ਕਰਕੇ ਜਿਹੜਾ ਹੈ ਇਹਨਾਂ ਸਤਰਾਂ ਦੇ ਵਿੱਚ ਭੋਲੇ ਭਾਲੇ ਬੱਚਿਆਂ ਦੇ ਉੱਪਰ ਹੋ ਰਹੇ ਜ਼ੁਲਮ ਦਾ ਜ਼ਿਕਰ ਕੀਤਾ ਗਿਆ ਆ, ਜਿਹੜੀ ਕਿ ਮੌਜੂਦਾ ਸਾਡੀ ਕਹਿ ਲਓ ਬਸਤੇ ਦਾ ਭਾਰ ਆ ਉਹ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਆ, ਜਿਸ ਕਰਕੇ ਮਾਸੂਮ ਬੱਚੇ ਜਿਹੜੇ ਆ ਉਹ ਬਸਤੇ ਦੇ ਬੋਝ ਥੱਲੇ ਦਬਦੇ ਜਾ ਰਹੇ ਆ। ਲਗਾਤਾਰ ਜਿਹੜਾ ਹੈ ਉਹ ਪੜ੍ਹਾਈ ਦੇ ਜਾਂ ਬਸਤੇ ਦੇ ਬੋਝ ਹੇਠਾਂ ਦਬਾਏ ਜਾ ਰਹੇ ਆ, ਦੱਬੇ ਜਾ ਰਹੇ ਆ, ਜਿਸ ਕਰਕੇ ਉਹਨਾਂ ਦਾ ਜਿਹੜਾ ਸਰੀਰਕ ਵਿਕਾਸ ਆ ਉਹ ਚੰਗੀ ਤਰ੍ਹਾਂ ਨਹੀਂ ਹੁੰਦਾ, ਜਿਸ ਕਰਕੇ ਜਿਹੜੇ ਮਾਸੂਮ ਬੱਚੇ ਆ ਉਹ ਸਰੀਰਕ ਪੱਖੋਂ ਕੀ ਹੋ ਜਾਂਦੇ ਆ, ਕਮਜ਼ੋਰ ਹੋ ਜਾਂਦੇ ਆ। ਸੋ ਇਹੀ ਜਿਹੜਾ ਸੰਦਰਭ ਆ ਉਹ ਇਹਨਾਂ ਸਤਰਾਂ ਦੇ ਵਿੱਚ ਦੱਸਿਆ ਗਿਆ ਆ। ਦੂਜਾ ਕੁਐਸਚਨ ਹੈ, ਇਹ ਵਾਰਤਾਲਾਪ ਤੋਂ ਸਾਡੀ ਸਿੱਖਿਆ ਪ੍ਰਣਾਲੀ ਮਤਲਬ ਐਜੂਕੇਸ਼ਨ ਸਿਸਟਮ ਜਿਹੜਾ ਹੈ ਬਾਰੇ ਕੀ ਜਾਣਕਾਰੀ ਮਿਲਦੀ ਹੈ। ਸਭ ਤੋਂ ਪਹਿਲਾਂ ਤੁਸੀਂ ਇਹ ਜਿਹੜਾ ਹੈ ਦੱਸਣਾ ਆ ਕਿ ਜਿਹੜੀ ਸਾਡੀ ਸਿੱਖਿਆ ਪ੍ਰਣਾਲੀ ਹੈ ਨਾ ਉਹ ਦੋਸ਼ਪੂਰਨ ਸਹੀ ਨਹੀਂ ਹੈ। ਸਾਨੂੰ ਇਸ ਵਾਰਤਾਲਾਪ ਤੋਂ ਪਤਾ ਲੱਗਦਾ ਆ ਕਿ ਸਾਡੀ ਜਿਹੜੀ ਦੋਸ਼ਪੂਰਨ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਮਿਲਦੀ ਹੈ ਕਿ ਸਾਡਾ ਜਿਹੜਾ ਸਿੱਖਿਆ ਪ੍ਰਣਾਲੀ ਹੈ ਉਹ ਸਹੀ ਨਹੀਂ ਆ। ਕਿਉਂ ਸਹੀ ਨਹੀਂ ਹੈ, ਕਿਉਂਕਿ ਇਹ 'ਚ ਤੁਸੀਂ ਲਿਖਣਾ ਹੈ ਕਿ ਕਿਉਂਕਿ ਜਿਹੜਾ ਬੱਚੇ ਆ ਉਹਨਾਂ ਦੇ ਉੱਪਰ ਬੇਲੋੜਾ, ਠੀਕ ਹੈ, ਬੇਲੋੜਾ ਪੜ੍ਹਾਈ ਦਾ ਬੋਝ ਪਾਇਆ ਜਾ ਰਿਹਾ ਆ, ਅਨਲਿਮਟਡ ਬਿਨਾਂ ਗੱਲ ਤੋਂ। ਇਹ ਦੱਸਣਾ ਹੈ ਕਿ ਸਿੱਖਿਆ ਪ੍ਰਣਾਲੀ ਜੇਕਰ ਦੋਸ਼ਪੂਰਨ ਹੈ ਨਾ ਤਾਂ ਕਿਉਂ ਆ, ਕਿਉਂਕਿ ਬੱਚਿਆਂ ਦੇ ਉੱਪਰ ਜਿਹੜਾ ਹੈ ਬੇਲੋੜਾ ਪੜ੍ਹਾਈ ਦਾ ਬੋਝ ਪਾਇਆ ਜਾ ਰਿਹਾ ਹੈ। ਬੱਚੇ ਜਿਹੜੇ ਆ ਉਹ ਸਵੇਰ ਤੋਂ ਸ਼ਾਮ ਤੱਕ ਜਿਹੜੇ ਆ ਪਹਿਲਾਂ ਸਕੂਲ
ਫਿਰ ਟਿਊਸ਼ਨਾਂ ਤੇ ਘਰ ਆ ਕੇ ਹੋਮਵਰਕ। ਸਾਰਾ ਦਿਨ ਪੜ੍ਹਾਈ ਦੇ ਵਿੱਚ ਹੀ ਉਲਝੇ ਰਹਿੰਦੇ ਆ। ਉਹਨਾਂ ਦਾ ਸਿਲੇਬਸ ਖਤਮ ਨਹੀਂ ਹੁੰਦਾ, ਉਹਨਾਂ ਦਾ ਹੋਮਵਰਕ ਖਤਮ ਨਹੀਂ ਹੁੰਦਾ, ਔਰ ਉਹਨਾਂ ਦੀ ਹਾਲਤ ਜਿਹੜੀ ਆ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ। ਔਰ ਇਹ ਸਿੱਖਿਆ ਪ੍ਰਣਾਲੀ ਜਿਹੜੀ ਹੈ ਉਹ ਬੱਚਿਆਂ ਨੂੰ ਗਿਆਨ ਦੇ ਨਾਲ ਭਰਪੂਰ ਨਹੀਂ ਬਣਾਉਂਦੀ, ਉਹਨਾਂ ਨੂੰ ਗਿਆਨ ਦੇ ਨਾਲ ਭਰਪੂਰ ਜਿਹੜੇ ਆ ਚੰਗੇ ਵਿਦਿਆਰਥੀ ਨਹੀਂ ਬਣਾਉਂਦੀ। ਸਿਰਫ ਔਰ ਸਿਰਫ ਜਿਹੜਾ ਹੈ ਉਹਨਾਂ ਨੂੰ ਸਿਲੇਬਸ ਦੇ ਭਾਰ ਹੇਠਾਂ ਦਬਾ ਰਹੀ ਹੈ ਸਿੱਖਿਆ ਪ੍ਰਣਾਲੀ। ਹੁਣ ਜਿਹੜਾ ਆ ਪੜ੍ਹਾਈ ਦਾ ਮੁੱਖ ਮੰਤਵ ਕੀ ਹੁੰਦਾ ਆ? ਬੱਚਿਆਂ ਨੂੰ ਗਿਆਨ ਦਾ ਸਰੋਤ ਬਣਾਉਣਾ, ਗਿਆਨ ਦੇ ਨਾਲ ਭਰਨਾ। ਪਰ ਜਿਹੜੀ ਅੱਜ ਕੱਲ੍ਹ ਦੀ ਸਾਡੀ ਸਿੱਖਿਆ ਪ੍ਰਣਾਲੀ ਹੈ ਨਾ, ਉਹ ਬੱਚਿਆਂ ਨੂੰ ਗਿਆਨ ਦੇ ਨਾਲ ਭਰਪੂਰ ਨਹੀਂ ਕਰ ਰਹੀ, ਉਹ ਸਿਰਫ ਬੱਚਿਆਂ ਦੇ ਉੱਪਰ ਸਿਲੇਬਸ ਦਾ ਬੋਝ ਪਾ ਰਹੀ ਹੈ। ਜਿਸ ਕਰਕੇ ਇਹ ਜਿਹੜੀ ਸਾਡੀ ਸਿੱਖਿਆ ਪ੍ਰਣਾਲੀ ਹੈ ਨਾ, ਉਹਦਾ ਮੰਤਵ ਕੀ ਬਣਦਾ ਜਾ ਰਿਹਾ ਕਿ ਪੜ੍ਹਾਈ ਦੇ ਬੋਝ ਹੇਠਾਂ ਬੱਚਿਆਂ ਨੂੰ ਦਬਾਇਆ ਜਾਵੇ। ਸੋ ਇਹ ਜਿਹੜੀ ਸਾਡੀ ਸਿੱਖਿਆ ਪ੍ਰਣਾਲੀ ਹੈ ਉਹ ਬਿਲਕੁਲ ਕੀ ਹੈ, ਦੋਸ਼ਪੂਰਨ ਹੈ, ਔਰ ਇਹ ਜਿਹੜੀ ਹੈ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬੇਲੋੜਾ ਬੋਝ ਪਾ ਰਹੀ ਹੈ। ਜਿਸ ਕਰਕੇ ਬੱਚੇ ਜਿਹੜੇ ਆ ਉਹ ਗਿਆਨ ਦਾ ਸਰੋਤ ਨਹੀਂ ਬਣ ਰਹੇ, ਬਿਲਕੁਲ ਜਿਹੜੇ ਆ ਕਿਤਾਬੀ ਕੀੜੇ ਜਾਂ ਇਹ ਕਹਿ ਲਓ ਰੱਟਾ ਲਗਾ ਕੇ ਪੜ੍ਹਾਈ ਕਰ ਰਹੇ ਆ ਤਾਂ ਕਿ ਉਹ ਪਾਸ ਹੋ ਸਕਣ ਜਾਂ ਚੰਗੇ ਨੰਬਰ ਲੈ ਸਕਣ। ਬਾਕੀ ਉਹਨਾਂ ਦੇ ਵਿੱਚ ਜਿਹੜਾ ਗਿਆਨ ਆ ਉਹ ਘਟ ਰਿਹਾ ਆ ਤੇ ਉਹਨਾਂ ਦਾ ਰੱਟਾ ਜਿਹੜਾ ਆ ਉਹ ਵੱਧ ਰਿਹਾ। ਇਸ ਕਰਕੇ ਇਹ ਸਿੱਖਿਆ ਪ੍ਰਣਾਲੀ ਸਿਰਫ ਬੱਚਿਆਂ ਦੇ ਉੱਪਰ ਸਿਲੇਬਸ ਦਾ ਬੋਝ ਪਾ ਰਹੀ ਹੈ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰ ਰਹੀ। ਥਰਡ ਹੈ, ਜੇਡੀ ਦੇ ਸੁਭਾਅ ਬਾਰੇ ਤੁਸੀਂ ਕੀ ਜਾਣਦੇ ਹੋ? ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਲਿਖਣਾ ਹੈ ਕਿ ਜੇਡੀ ਜਿਹੜਾ ਹੈ ਨਾ ਉਹ ਇਸ ਸਕ੍ਰਿਪਟ ਮਤਲਬ ਜਿਹੜੀ ਇਹ ਤੁਹਾਡੀ ਕਹਾਣੀ ਹੈ ਇਹਦੇ ਵਿੱਚ ਕਾਂਗੇ 'ਚ ਬਿਆਨ ਕੀਤੀ ਗਈ ਹੈ ਨਾ, ਉਹਦਾ ਕਾਮੇਡੀਅਨ ਆ, ਕਮੇਡੀ ਪਾਤਰ ਹੈ ਜਿਹਦੇ ਉੱਪਰ ਪੜ੍ਹਾਈ ਦਾ ਬਿਲਕੁਲ ਵੀ ਬੋਝ ਨਹੀਂ ਹੈ। ਉਹ ਪੜ੍ਹਾਈ ਦੇ ਨਾਲੋਂ ਸਿਹਤ ਨੂੰ ਪਹਿਲ ਦਿੰਦਾ ਆ। ਉਹ ਕੀ ਕਹਿੰਦਾ ਆ ਕਿ ਸਿਹਤ ਜ਼ਰੂਰੀ ਹੈ, ਪੜ੍ਹਾਈ ਤਾਂ ਜਿਹੜੀ ਹੈ ਉਹ ਹੁੰਦੀ ਰਹੇਗੀ। ਕਿਉਂਕਿ ਇੱਥੇ ਤੁਸੀਂ ਜਿਹੜਾ ਐਗਜ਼ਾਮਪਲ ਦੇ ਸਕਦੇ ਹੋ ਕਿ ਉਹਦੇ ਜਿਹੜੇ ਮਾਤਾ ਪਿਤਾ ਹੈ ਨਾ ਉਹ ਵੀ ਇਹੀ ਕਹਿੰਦੇ ਆ ਕਿ ਜੇਕਰ ਨਾ ਵੀ ਪੜ੍ਹਿਆ ਤਾਂ ਕੋਈ ਗੱਲ ਨਹੀਂ, ਰਾਜਨੀਤੀ ਦੇ ਵਿੱਚ ਪਾ ਦਿਆਂਗੇ, ਕਿਉਂਕਿ ਰਾਜਨੀਤੀ ਵਿੱਚ ਅਨਪੜ੍ਹਾਂ ਦੀ ਬਥੇਰੀ ਕੀਮਤ ਹੈ। ਔਰ ਇਹਦੇ ਵਿੱਚ ਜਿਹੜਾ ਆ ਸਾਨੂੰ ਇਕਾਂਗੀ ਵਿੱਚ ਉਹ ਚਾਕਲੇਟ ਖਾਂਦਾ ਹੋਇਆ ਨਜ਼ਰ ਆਉਂਦਾ ਆ। ਜਿਹੜੀ ਬੱਚਿਆਂ ਦੀ ਸਭਾ ਹੋ ਰਹੀ ਹੈ ਉਹਦਾ ਉਹ ਮੋਢੀ ਬਣਦਾ ਆ ਤਾਂ ਕਿ ਜਿਹੜਾ ਹੈ ਬੱਚਿਆਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਸੋ ਇਹ ਸਾਰੇ ਜਿਹੜੇ ਆ, ਜੇ ਤੁਸੀਂ ਥੋੜੀ ਬਹੁਤੀ ਬੇਟੇ ਹੈਲਪ ਲੈਣੀ ਹੋਏਗੀ ਤਾਂ ਦੇਖੋ ਤੁਹਾਡੀ ਇਸੇ ਗ੍ਰੀਨ ਬੁੱਕ ਦੇ ਵਿੱਚ 172 ਪੇਜ ਨੰਬਰ ਦੇ ਉੱਪਰ ਜੇਡੀ ਦਾ ਜਿਹੜਾ ਪਾਤਰ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੋ ਇੱਥੋਂ ਤੁਸੀਂ ਪੜ੍ਹ ਸਕਦੇ ਆ ਕਿ ਜੇਡੀ ਜਿਹੜਾ ਹੈ ਉਹ ਕਮੇਡੀਅਨ ਹੈ, ਉਹ ਪੜ੍ਹਨ ਤੇ ਵਿਅੰਗ ਕਰਦਾ, ਟਕੋਰ ਕਰਦਾ ਆ ਵੀ ਜਿਹੜੀ ਆ ਪੜ੍ਹਾਈ ਉਹਦਾ ਬੋਝ ਬਹੁਤ ਜ਼ਿਆਦਾ ਬਿਨਾਂ ਗੱਲ ਤੋਂ। ਸਿਹਤ ਦਾ ਉਹ ਭਾਰਾ ਆ, ਉਹਦੀਆਂ ਅੱਖਾਂ ਤੇ ਐਨਕਾਂ ਆ, ਕਿਹੜੇ ਰੰਗ ਦੀਆਂ? ਕਾਲੇ ਰੰਗ ਦੀਆਂ ਐਨਕਾਂ ਉਹਨੇ ਲਾਈਆਂ ਆ। ਗੱਲ ਕਰਦਾ ਉਹ ਡਾਂਸ ਕਰਦਾ ਆ। ਉਸਦੇ ਮਾਤਾ ਪਿਤਾ ਉਸਨੂੰ ਪੜ੍ਹਨ ਦੇ ਲਈ ਮਜਬੂਰ ਨਹੀਂ ਕਰਦੇ, ਉਹ ਕਿਉਂਕਿ ਉਹਦਾ ਪਿਓ ਖੁਦ ਨਹੀਂ ਪੜ੍ਹਿਆ, ਇਸ ਕਰਕੇ ਉਹ ਜੇਡੀ ਨੂੰ ਵੀ ਨਹੀਂ ਮਜਬੂਰ ਕਰਦਾ। ਉਸ ਅਨੁਸਾਰ ਜ਼ਿੰਦਗੀ ਦੇ ਬਾਕੀ ਕੰਮ ਬਾਅਦ ਵਿੱਚ ਆ ਤੇ ਪਹਿਲਾਂ ਸਿਹਤ ਆ। ਉਹ ਉਹਨਾਂ ਲੋਕਾਂ ਦਾ ਪ੍ਰਤੀਨਿਧ ਹੁੰਦਾ, ਮੋਢੀ, ਆਗੂ, ਜਿਹੜੇ ਪੜ੍ਹਾਈ ਦੀ ਥਾਂ ਰਾਜਨੀਤੀ ਵਿੱਚ ਪੈਣਾ ਚਾਹੁੰਦੇ ਆ, ਕਿਉਂਕਿ ਰਾਜਨੀਤੀ ਵਿੱਚ ਅਨਪੜ੍ਹਾਂ ਦੀ ਬੁੱਕਤ ਬਹੁਤ ਹੈ। ਲਾਸਟ ਹੈ ਕੁਐਸਚਨ, ਇਸ ਮਗਰੋਂ ਬੱਚੇ ਕੀ ਗੱਲਾਂ ਬਾਤਾਂ ਕਰਦੇ ਆ? ਜੇ ਤੁਸੀਂ ਬੇਟਾ ਇਹਦੀ ਹੈਲਪ ਲੈਣੀ ਹੈ ਨਾ ਕਿ ਇਸ ਪਿੱਛੋਂ ਮਤਲਬ ਜਿਹੜੀਆਂ ਤੁਹਾਡੀ ਆਹ ਵਾਲੀਆਂ ਲਾਈਨਾਂ ਦਿੱਤੀਆਂ ਗਈਆਂ ਹੈ ਨਾ ਪੋਇਟਰੀ ਦੀਆਂ, ਇਸ ਤੋਂ ਬਾਅਦ ਬੱਚੇ ਜਿਹੜੇ ਆ ਉਹ ਕੀ ਗੱਲਾਂ ਬਾਤਾਂ ਕਰਦੇ ਆ, ਤਾਂ ਤੁਸੀਂ ਬੇਟਾ ਇੱਥੋਂ ਦੇਖੋ ਆਪਣੀ ਬੁੱਕ ਦੇ ਵਿੱਚੋਂ ਹੈਲਪ ਲੈ ਸਕਦੇ ਆ ਕਿ ਸਭ ਤੋਂ ਪਹਿਲਾਂ ਜਿਹੜੇ ਆ ਬੱਚੇ ਇਹ ਪਹਿਲਾਂ ਤਾਂ ਬਸਤੇ ਦੇ ਬੋਝ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ। ਉਹ ਕੀ ਕਹਿੰਦੇ ਆ ਕਿ ਜਿਹੜਾ ਹੈ ਖੂਹ 'ਚ ਸੁੱਟੋ, ਬਸਤੇ ਨੂੰ ਸੁੱਟੋ। ਕਿਉਂ? ਕਿਉਂਕਿ ਇਹਨੇ ਜਿਹੜੀ ਹੈ ਬੱਚਿਆਂ ਦੀ ਜਾਨ ਨੂੰ ਸਿਆਪਾ ਪਾਇਆ ਹੋਇਆ ਹੈ। ਦੇਖੋ ਇੱਥੋਂ ਸਾਰੀ ਤੁਹਾਡੀ ਕਨਵਰਸੇਸ਼ਨ ਹੈ ਕਿ ਬੱਚੇ ਜਿਹੜੇ ਆ ਇਸ ਤੋਂ ਬਾਅਦ ਬਸਤੇ ਦੇ ਬੋਝ ਤੋਂ ਜਦੋਂ ਆਪਣੀ ਮੀਟਿੰਗ ਕਰਦੇ ਆ ਤੇ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਦਾ ਨਾ ਬੱਚਿਆਂ ਦੀ ਮੀਟਿੰਗ ਦਾ, ਤਾਂ ਫਿਰ ਅਖੀਰ ਤੇ ਜਿਹੜਾ ਹੈ ਬੱਚੇ ਸਾਰੇ ਦੁਖੀ ਹੋ ਕੇ ਕੀ ਕਹਿੰਦੇ ਆ ਕਿ ਬਸਤੇ ਤੋਂ ਛੁਟਕਾਰਾ ਪਾਉਣ ਦੇ ਲਈ ਉਹ ਇਹਨੂੰ ਖੂਹ ਦੇ ਵਿੱਚ ਸੁੱਟਣ, ਕਿਉਂਕਿ ਇਹਨੇ ਬਹੁਤ ਉਹਨਾਂ ਦੀ ਜਾਨ ਨੂੰ ਜਿਹੜੀ ਆ ਮੁਸੀਬਤ ਦੇ ਵਿੱਚ ਪਾਇਆ ਹੋਇਆ ਆ। ਔਰ ਇਹਦੇ ਵਿੱਚ ਸਾਰੇ ਬੱਚੇ ਜਿਹੜੇ ਆ ਉਹ ਕੀ ਕਹਿੰਦੇ ਆ ਕਿ ਜਿਹੜਾ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਹੈ ਨਾ ਉਹਦਾ ਕੋਈ ਆ ਦੇਖੋ ਇਹਨਾਂ ਮੀਟਿੰਗਾਂ ਸ਼ੀਟਿੰਗਾਂ ਨਾਲ ਕੁਝ ਨਹੀਂ ਬਣਨਾ, ਠੀਕ ਹੈ। ਸੋ ਉਹ ਇਹ ਕਹਿੰਦੇ ਆ ਕਿ ਉਹਨਾਂ ਨੂੰ ਇੰਨਾ ਹੋਮਵਰਕ ਕਰਨਾ ਹੀ ਪੈਣਾ ਆ। ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਦੀ ਇਸ ਮੀਟਿੰਗ ਦਾ ਜਿਹੜਾ ਕੋਈ ਵੀ ਨਤੀਜਾ ਨਹੀਂ ਨਿਕਲਣਾ ਤੇ ਉਹਨਾਂ ਨੂੰ ਪੜ੍ਹਨਾ ਹੀ ਪੈਣਾ ਆ। ਫਿਰ ਕਿਤੇ ਜਿਹੜਾ ਹੈ ਉਹ ਇਹ ਵੀ ਕਿਤੇ ਪਾਸੇ ਰੱਬ ਦੇ ਅੱਗੇ ਅਰਦਾਸਾਂ ਕਰਦੇ ਆ ਕਿ ਉਹਨਾਂ ਦੀ ਜਿਹੜੀਆਂ ਮੈਡਮਾਂ ਆ ਇੰਨਾ ਹੋਮਵਰਕ ਦਿੰਦੀਆਂ ਆ ਉਹਨਾਂ ਨੂੰ ਕਿਤੇ ਆਪਣੇ ਕੋਲ ਬੁਲਾ ਲਵੇ ਤਾਂ ਕਿ ਉਹਨਾਂ ਦਾ ਜਿਹੜਾ ਹੈ ਇਸ ਹੋਮਵਰਕ ਤੋਂ
ਛੁਟਕਾਰਾ ਹੋਵੇ। ਪਰ ਉਹਨਾਂ ਨੂੰ ਵੀ ਜਿਹੜਾ ਹੈ ਇੰਨਾ ਪਤਾ ਆ ਕਿ ਰੱਬ ਵੀ ਜਿਹੜਾ ਆ ਉਹਨੇ ਇਹਨਾਂ ਮੈਡਮਾਂ ਨੂੰ ਆਪਣੇ ਕੋਲ ਨਹੀਂ ਬੁਲਾਉਣਾ, ਤੇ ਇਹ ਬਸਤਾ ਉਹਨਾਂ ਦੇ ਗੱਲ ਪਿਆ ਹੀ ਰਹਿਣਾ ਆ। ਸੋ ਇਸ ਤਰ੍ਹਾਂ ਜਿਹੜੇ ਆ ਬੱਚੇ ਆਪਸ ਦੇ ਵਿੱਚ ਗੱਲਾਂ ਕਰਦੇ ਆ, ਤੇ ਉਹ ਕਹਿੰਦੇ ਆ ਕਿ ਇੰਨੀ ਦੇਰ ਜਿਹੜੀ ਸੀ ਸਭਾ ਕੀਤੀ ਸੀ, ਉਹਨਾਂ ਦੀ ਸਭਾ ਦਾ ਕੋਈ ਨਤੀਜਾ ਨਹੀਂ ਨਿਕਲਿਆ, ਸਮਾਂ ਵੀ ਬਰਬਾਦ ਹੋ ਗਿਆ, ਤੇ ਨਾ ਤਾਂ ਉਹਨਾਂ ਨੂੰ ਹੋਮਵਰਕ ਤੋਂ ਛੁਟਕਾਰਾ ਮਿਲਿਆ ਤੇ ਨਾ ਹੀ ਪੜ੍ਹਾਈ ਦੇ ਬੋਝ ਤੋਂ ਛੁਟਕਾਰਾ ਮਿਲਿਆ ਹੈ। ਇਹ ਬਸਤਾ ਉਹਨਾਂ ਦੇ ਗੱਲ ਇਸੇ ਤਰ੍ਹਾਂ ਹੀ ਪਿਆ ਰਹਿਣਾ ਹੈ। ਸੋ ਇੱਥੋਂ ਜਿਹੜਾ ਹੈ ਤੁਸੀਂ ਪੁਆਇੰਟ ਚੱਕਣੇ ਆ। ਨੈਕਸਟ ਜਿਹੜਾ ਹੈ ਥਰਡ ਤੁਹਾਡਾ ਬੇਟਾ ਪੈਰਾਗ੍ਰਾਫ ਹੈ, ਹੁਣ ਕੀ ਕਰੀਏ ਜੀ, ਕੰਪੀਟੀਸ਼ਨ ਦਾ ਜ਼ਮਾਨਾ ਹੈ, ਗਲੀ ਗਲੀ ਸਕੂਲ ਖੁੱਲ੍ਹ ਹੋਏ ਨੇ, ਜੇ ਮਾਪਿਆਂ ਦੀ ਗੱਲ ਨਾ ਮੰਨੀਏ ਤਾਂ ਜੀ ਉਹ ਬੱਚਿਆਂ ਨੂੰ ਹਟਾ ਲੈਣਗੇ, ਸਕੂਲ ਨੂੰ ਘਾਟਾ ਪੈ ਜਾਏਗਾ। ਪ੍ਰਿੰਸੀਪਲ ਨੇ ਇਹ ਸ਼ਬਦ ਕਿਸ ਦੀਆਂ ਗੱਲਾਂ ਦੇ ਜਵਾਬ ਵਿੱਚ ਬੋਲੇ? ਇਹ ਨਾ ਬੇਟੇ ਨੀਲ ਪਰੀ ਦੀ ਕਚਹਿਰੀ ਦਾ ਦ੍ਰਿਸ਼ ਸੀ, ਜਦੋਂ ਨੀਲ ਪਰੀ ਦੀ ਕਚਹਿਰੀ ਦੇ ਵਿੱਚ ਸਾਰੇ ਦੋਸ਼ੀਆਂ ਨੂੰ ਵਾਰੀ-ਵਾਰੀ ਬੁਲਾਇਆ ਜਾਂਦਾ ਆ। ਸਭ ਤੋਂ ਪਹਿਲਾਂ ਅਧਿਆਪਕ ਨੂੰ ਬੁਲਾਇਆ ਗਿਆ ਸੀ, ਫਿਰ ਪ੍ਰਿੰਸੀਪਲ ਨੂੰ ਬੁਲਾਇਆ ਗਿਆ ਸੀ, ਔਰ ਪ੍ਰਿੰਸੀਪਲ ਕੀ ਕਹਿੰਦੀ ਹੈ ਕਿ ਇਹ ਜਿਹੜਾ ਹੈਗਾ ਆ ਇੰਨਾ ਪੜ੍ਹਨ ਦੇ ਲਈ ਉਹ ਬੱਚਿਆਂ ਦੇ ਮਾਤਾ ਪਿਤਾ ਹੀ ਉਹਨਾਂ ਨੂੰ ਕਹਿੰਦੇ ਆ ਨਾ, ਤਾਂ ਉਸ ਸਮੇਂ ਜਿਹੜਾ ਵਕੀਲ ਹੈ ਨਾ ਉਹ ਉਹਨੂੰ ਕਹਿੰਦਾ ਹੈ ਕਿ ਆਖਰ ਇੰਨਾ ਸਿਲੇਬਸ ਤੁਸੀਂ ਲਗਵਾਉਂਦੇ ਹੀ ਕਿਉਂ? ਜਿਹੜਾ ਵਿੱਕੀ ਵਕੀਲ ਬਣਿਆ ਨਾ ਉਹ ਪੁੱਛਦਾ ਆ ਪ੍ਰਿੰਸੀਪਲ ਨੂੰ ਕਿ ਇੰਨਾ ਸਿਲੇਬਸ ਲਗਵਾਉਂਦੇ ਹੀ ਕਿਉਂ ਹੋ? ਤਾਂ ਫਿਰ ਇਹ ਜਿਹੜੀਆਂ ਸਤਰਾਂ ਹੈ ਨਾ ਪ੍ਰਿੰਸੀਪਲ ਵਕੀਲ ਦੀਆਂ ਗੱਲਾਂ ਦੇ ਜਵਾਬ ਵਿੱਚ ਬੋਲਦੀ ਆ। ਸੋ ਇਹ ਸਤਰਾਂ ਪ੍ਰਿੰਸੀਪਲ ਨੇ ਕਿਸ ਨੂੰ ਬੋਲੀਆਂ ਆ? ਵਕੀਲ ਨੂੰ ਬੋਲੀਆਂ, ਭਾਵ ਵਿੱਕੀ ਨੂੰ ਬੋਲੀਆਂ ਆ। ਜਦੋਂ ਉਹਨੂੰ ਇਹ ਪੁੱਛਿਆ ਜਾਂਦਾ ਹੈ ਕਿ ਆਖਰ ਇੰਨਾ ਸਿਲੇਬਸ ਕਿਉਂ ਲਗਾਇਆ ਜਾਂਦਾ ਹੈ, ਇੰਨੀ ਪੜ੍ਹਾਈ ਕਿਉਂ ਕਰਵਾਈ ਜਾਂਦੀ ਹੈ, ਤਾਂ ਉਸ ਸਮੇਂ ਜਿਹੜੀ ਹੈ ਨਾ ਪ੍ਰਿੰਸੀਪਲ ਇਹ ਕਹਿੰਦੀ ਹੈ ਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ। ਕੰਪੀਟੀਸ਼ਨ ਮਤਲਬ ਕਿ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਆਪਸ ਦੇ ਵਿੱਚ ਕੰਪੀਟੀਸ਼ਨ ਬਹੁਤ ਹੈ। ਅੱਗੇ ਕੀ ਹੁੰਦਾ ਸੀ, ਸਕੂਲ ਥੋੜ੍ਹੇ ਹੁੰਦੇ ਸੀ, ਇਸ ਕਰਕੇ ਜਿਹੜਾ ਹੈ ਸਕੂਲਾਂ ਦੇ ਵਿੱਚ ਇੰਨਾ ਜ਼ਿਆਦਾ ਮੁਕਾਬਲਾ ਨਹੀਂ ਸੀ। ਪਰ ਅੱਜ ਕੱਲ੍ਹ ਹਰ ਗਲੀ ਮੁਹੱਲੇ ਦੇ ਵਿੱਚ ਸਕੂਲ ਖੁੱਲ੍ਹ ਗਏ ਆ, ਬੱਚੇ ਜਿਹੜੇ ਆ ਉਹ ਵੰਡੇ ਗਏ ਆ, ਔਰ ਮਾਤਾ ਪਿਤਾ ਵੀ ਜਿਹੜੇ ਹੈਗੇ ਆ ਨਾ ਉਹ ਇਹ ਦੇਖਦੇ ਆ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਕਿਹੜੇ ਸਕੂਲ ਵਿੱਚ ਭੇਜਣਾ ਆ। ਇਸ ਕਰਕੇ ਜਿਹੜੀ ਪ੍ਰਿੰਸੀਪਲ ਆ ਉਹ ਕੀ ਕਹਿੰਦੀ ਹੈ ਕਿ ਕੰਪੀਟੀਸ਼ਨ ਦਾ ਜ਼ਮਾਨਾ ਆ, ਹਰ ਗਲੀ ਮੁਹੱਲੇ ਦੇ ਵਿੱਚ ਤਾਂ ਸਕੂਲ ਹੈ, ਔਰ ਜੇਕਰ ਉਹ ਮਾਤਾ ਪਿਤਾ ਦੀ ਗੱਲ ਨਹੀਂ ਮੰਨਦੇ, ਕਿਉਂਕਿ ਮਾਤਾ ਪਿਤਾ ਹੀ ਤਾਂ ਜਿਹੜੇ ਆ ਬੱਚਿਆਂ ਨੂੰ ਪੜ੍ਹਨ ਲਈ ਕਹਿੰਦੇ ਆ, ਇਸ ਕਰਕੇ ਜੇਕਰ ਉਹ ਮਾਤਾ ਪਿਤਾ ਦੀ ਗੱਲ ਨਹੀਂ ਮੰਨਦੇ ਨਾ ਤਾਂ ਫਿਰ ਕੀ ਹੋਊਗਾ, ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾ ਲੈਣਗੇ, ਉਹਨਾਂ ਨੂੰ ਫੀਸਾਂ ਘੱਟ ਆਉਣਗੀਆਂ, ਸਕੂਲ ਨੂੰ ਘਾਟਾ ਪੈ ਜਾਏਗਾ। ਇਸ ਕਰਕੇ ਜਿਹੜਾ ਹੈ ਉਹਨਾਂ ਨੂੰ ਮਾਤਾ ਪਿਤਾ ਦੀ ਗੱਲ ਮੰਨਣੀ ਹੀ ਪੈਂਦੀ ਹੈ, ਭਾਵ ਬੱਚਿਆਂ ਨੂੰ ਜ਼ਿਆਦਾ ਸਿਲੇਬਸ ਦੇਣਾ ਹੀ ਪੈਂਦਾ ਆ, ਕਿਉਂਕਿ ਜੇਕਰ ਬੱਚਿਆਂ ਨੂੰ ਸਿਲੇਬਸ ਨਹੀਂ ਦਿੱਤਾ ਜਾਏਗਾ ਬੱਚੇ ਵਿਗੜ ਜਾਣਗੇ, ਬੱਚੇ ਡਿਸਿਪਲਨ ਦੇ ਵਿੱਚ ਨਹੀਂ ਰਹਿਣਗੇ। ਇਸ ਕਰਕੇ ਜਿਹੜਾ ਹੈ ਪ੍ਰਿੰਸੀਪਲ ਇਹ ਸ਼ਬਦ ਵਕੀਲ ਦੀਆਂ ਗੱਲਾਂ ਦੇ ਜਵਾਬ ਵਿੱਚ ਕਹਿੰਦੀ ਹੈ। ਜਦੋਂ ਵਕੀਲ ਉਹਨੂੰ ਪੁੱਛਦਾ ਹੈ ਕਿ ਆਖਰ ਇੰਨਾ ਸਿਲੇਬਸ ਲਗਵਾਉਂਦੇ ਹੀ ਕਿਉਂ, ਤਾਂ ਉਸ ਸਮੇਂ ਪ੍ਰਿੰਸੀਪਲ ਕਹਿੰਦੀ ਹੈ ਕਿ ਉਹਨੂੰ ਇੰਨਾ ਪੜ੍ਹਾਉਣ ਦੇ ਲਈ ਜਿਹੜੇ ਆ ਬੱਚਿਆਂ ਦੇ ਮਾਤਾ ਪਿਤਾ ਹੀ ਕਹਿੰਦੇ ਆ ਕਿ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਓ, ਤੇ ਵਾਧੂ ਜਿਹੜੇ ਆ ਸਕੂਲ ਦੇ ਵਿੱਚ ਫੰਕਸ਼ਨ ਵਗੈਰਾ ਹੁੰਦੇ ਆ ਉਹਨਾਂ ਨੂੰ ਬੰਦ ਕਰ ਦਿਓ। ਔਰ ਮਾਤਾ ਪਿਤਾ ਦੀ ਗੱਲ ਪ੍ਰਿੰਸੀਪਲ ਨੂੰ ਮੰਨਣੀ ਪੈਂਦੀ ਹੈ, ਕਿਉਂਕਿ ਜਿਹੜੇ ਆ ਬੱਚੇ ਉਹਨਾਂ ਦੇ ਮਾਤਾ ਪਿਤਾ ਜਿਹੜੇ ਆ ਨਾ ਬੱਚਿਆਂ ਦੇ ਉਹਨਾਂ ਦੇ ਗਾਹਕ ਹੈ, ਤੇ ਗਾਹਕ ਦੀ ਗੱਲ ਉਹਨਾਂ ਨੂੰ ਸੁਣਨੀ ਹੀ ਪੈਂਦੀ ਹੈ। ਤੁਸੀਂ ਪ੍ਰਿੰਸੀਪਲ ਦੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋ ਜਾਂ ਨਹੀਂ, ਵਿਸਥਾਰ ਸਹਿਤ ਉੱਤਰ ਦਿਓ। ਪਹਿਲੀ ਗੱਲ ਤਾਂ ਇਹ ਆ ਕਿ ਬੇਟੇ ਇਹ ਤੁਹਾਡੀ ਆਪਣੀ ਮਰਜ਼ੀ ਆ ਕਿ ਤੁਸੀਂ ਕੀ ਸੋਚਦੇ ਹੋ ਕਿ ਜਿਹੜੀਆਂ ਪ੍ਰਿੰਸੀਪਲ ਨੇ ਗੱਲਾਂ ਕਹੀਆਂ ਸੀ ਕਿ ਕੰਪੀਟੀਸ਼ਨ ਦਾ ਜ਼ਮਾਨਾ ਆ, ਹਰ ਗਲੀ ਮੁਹੱਲੇ 'ਚ ਸਕੂਲ ਖੁੱਲ੍ਹ ਗਏ ਆ, ਔਰ ਜੇਕਰ ਉਹ ਮਾਤਾ ਪਿਤਾ ਦੀ ਗੱਲ ਨਹੀਂ ਮੰਨਦੇ ਤਾਂ ਸਕੂਲ 'ਚੋਂ ਬੱਚੇ ਨੂੰ ਹਟਾ ਲੈਣਗੇ ਤੇ ਸਕੂਲ ਨੂੰ ਘਾਟਾ ਪੈ ਜਾਏਗਾ। ਔਰ ਇੱਥੇ ਤੁਸੀਂ ਯਾਦ ਕਰੋ ਇੱਥੇ ਹੋਰ ਵੀ ਸੀ ਕਿ ਜਿਹੜੇ ਮਾਤਾ ਪਿਤਾ ਆ ਉਹਨਾਂ ਦੇ ਗ੍ਰਾਹਕ ਹੈ, ਤੇ ਗ੍ਰਾਹਕ ਦੀ ਉਹਨਾਂ ਨੂੰ ਗੱਲ ਮੰਨਣੀ ਹੀ ਪੈਂਦੀ ਹੈ। ਔਰ ਇਕਾਂਗੀ 'ਚ ਵੀ ਮੈਂ ਤੁਹਾਨੂੰ ਇੱਕ ਗੱਲ ਸਮਝਾਈ ਸੀ ਕਿ ਅੱਜ ਕੱਲ੍ਹ ਜਿਹੜੇ ਸਕੂਲ ਹੈ ਨਾ ਉਹ ਸਿਰਫ ਔਰ ਸਿਰਫ ਵਪਾਰ ਬਣ ਕੇ ਰਹਿ ਗਏ ਆ। ਵਿੱਦਿਆ ਦਾ ਮੰਦਰ ਹੁੰਦਾ ਨਾ ਸਕੂਲ ਨੂੰ, ਤਾਂ ਵਿੱਦਿਆ ਦਾ ਮੰਦਰ ਕਹਿੰਦੇ ਆ, ਪਰ ਅੱਜ ਕੱਲ੍ਹ ਸਕੂਲ ਜਿਹੜੇ ਨਾ ਉਹ ਵਿੱਦਿਆ ਦਾ ਮੰਦਰ ਨਹੀਂ ਰਹਿ ਗਏ, ਉਹ ਵਪਾਰ ਬਣ ਕੇ ਰਹਿ ਗਏ ਆ। ਕਿਉਂਕਿ ਅੱਜ ਕੱਲ੍ਹ ਹਰ ਸਕੂਲ ਜਿਹੜਾ ਹੈ ਉਹ ਵੱਧ ਤੋਂ ਵੱਧ ਮੁਨਾਫਾ ਫਾਇਦਾ ਕਮਾਉਣਾ ਚਾਹੁੰਦਾ ਆ, ਉਹਨਾਂ ਨੂੰ ਬੱਚਿਆਂ ਦੀ ਸਿਹਤ ਨਾਲ
ਕੋਈ ਵਾਸਤਾ ਨਹੀਂ ਆ, ਸਿਰਫ ਔਰ ਸਿਰਫ ਇਹ ਸੋਚਦੇ ਆ ਕਿ ਵੱਧ ਤੋਂ ਵੱਧ ਬੱਚਾ ਆਵੇ ਤੇ ਵੱਧ ਤੋਂ ਵੱਧ ਉਹਨਾਂ ਦਾ ਫਾਇਦਾ ਹੋਵੇ। ਇਹ ਤੁਹਾਨੂੰ ਜਿਹੜਾ ਹੈ ਹਿੰਟ ਦੇਗਾ ਕਿ ਤੁਸੀਂ ਕੀ ਦੱਸਣਾ ਆ, ਕਿ ਤੁਸੀਂ ਪ੍ਰਿੰਸੀਪਲ ਦੀਆਂ ਗੱਲਾਂ ਨਾਲ ਸਹਿਮਤ ਹੋ ਜਾਂ ਨਹੀਂ। ਹੁਣ ਜਿਹੜੇ ਬੱਚੇ ਇਹ ਲਿਖਣਾ ਚਾਹੁੰਦੇ ਆ ਕਿ ਮੈਂ ਜਿਹੜਾ ਆ ਪ੍ਰਿੰਸੀਪਲ ਦੀਆਂ ਗੱਲਾਂ ਨਾਲ ਸਹਿਮਤ ਹਾਂ, ਤਾਂ ਤੁਸੀਂ ਦੱਸਣਾ ਆ ਕਿ ਮੈਂ ਪ੍ਰਿੰਸੀਪਲ ਦੀਆਂ ਗੱਲਾਂ ਨਾਲ ਬਿਲਕੁਲ ਸਹਿਮਤ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਕੱਲ੍ਹ ਕੰਪੀਟੀਸ਼ਨ ਦੇ ਜ਼ਮਾਨੇ ਵਿੱਚ ਸਕੂਲਾਂ ਦੀ ਗਿਣਤੀ ਬਹੁਤ ਵੱਧ ਗਈ ਹੈ, ਬੱਚੇ ਵੰਡੇ ਗਏ ਆ। ਇਸ ਕਰਕੇ ਸਕੂਲ ਜਿਹੜੇ ਆ ਉਹ ਆਪਣਾ ਉੱਚਾ ਸਤਰ ਰੱਖਣ ਲਈ ਕਿ ਉਹਨਾਂ ਦੇ ਸਕੂਲ ਵਿੱਚ ਵੱਧ ਤੋਂ ਵੱਧ ਬੱਚਾ ਆਵੇ, ਉਹਨਾਂ ਨੂੰ ਪੜ੍ਹਾਈ ਦਾ ਜਿਹੜਾ ਹੈ ਸਟੈਂਡਰਡ, ਪੜ੍ਹਾਈ ਦਾ ਜਿਹੜਾ ਸਤਰ ਹੈ ਨਾ ਉਹ ਉੱਚਾ, ਪੜ੍ਹਾਈ ਦਾ ਸਤਰ ਇੱਦਾਂ ਲਿਖਣਾ ਆ, ਠੀਕ ਹੈ। ਪੜ੍ਹਾਈ ਦਾ ਸਤਰ ਜਿਹੜਾ ਨਾ ਉੱਚਾ ਰੱਖਣਾ ਹੀ ਪੈਂਦਾ ਆ। ਇਸ ਕਰਕੇ ਉਹ ਕੀ ਕਰਦੇ ਆ, ਜ਼ਿਆਦਾ ਤੋਂ ਜ਼ਿਆਦਾ ਸਿਲੇਬਸ ਦਿੰਦੇ ਆ ਤਾਂ ਕਿ ਜਿਹੜੇ ਮਾਤਾ ਪਿਤਾ ਆ ਉਹ ਆਪਣੇ ਬੱਚਿਆਂ ਨੂੰ ਉਹਨਾਂ ਦੇ ਸਕੂਲ ਦੇ ਵਿੱਚ ਭੇਜਣ। ਸ਼ੱਕ ਕੋਈ ਨਹੀਂ ਆ, ਕੰਪੀਟੀਸ਼ਨ ਬਹੁਤ ਹੈ ਸਕੂਲਾਂ ਦੇ ਵਿੱਚ। ਇਸ ਕਰਕੇ ਜਿਹੜਾ ਹੈ ਸਕੂਲਾਂ ਨੂੰ ਮੁਨਾਫਾ ਕਮਾਉਣ ਦੇ ਲਈ ਜ਼ਿਆਦਾ ਸਿਲੇਬਸ ਲਗਵਾਉਣਾ ਪੈਂਦਾ ਹੈ, ਜ਼ਿਆਦਾ ਪੜ੍ਹਾਈ ਕਰਵਾਉਣੀ ਪੈਂਦੀ ਹੈ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਆ ਉਹ ਡਿਸਿਪਲਿਨ 'ਚ ਰਹਿਣ, ਸਮਝਦਾਰ ਬਣਨ ਤੇ ਹਰ ਖੇਤਰ ਦੇ ਵਿੱਚ ਅੱਗੇ ਰਹਿਣ। ਤਾਂ ਫਿਰ ਤੁਸੀਂ ਇਸ ਤਰ੍ਹਾਂ ਆਨਸਰ ਲਿਖਣਾ ਹੈ। ਜੇ ਤੁਸੀਂ ਇਹ ਲਿਖਣਾ ਆ ਕਿ ਮੈਂ ਪ੍ਰਿੰਸੀਪਲ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹਾਂ, ਫਿਰ ਤੁਸੀਂ ਇਹ ਤੋਂ ਜਿਹੜਾ ਹੈ ਆਪੋਜ਼ਿਟ ਲਿਖਣਾ ਆ ਕਿ ਮੈਂ ਪ੍ਰਿੰਸੀਪਲ ਦੀਆਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਕੂਲ ਬਹੁਤ ਖੁੱਲ੍ਹ ਗਏ ਆ, ਪਰ ਸਿਰਫ ਆਪਣਾ ਫਾਇਦਾ ਸੋਚਣਾ ਜਿਹੜਾ ਹੈ ਉਹ ਸਹੀ ਨਹੀਂ ਹੈ, ਕਿਉਂਕਿ ਸਾਨੂੰ ਜਿਹੜੀ ਹੈ ਉਹ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਮਾਇਨੇ ਰੱਖਦਾ ਆ। ਕਿਉਂਕਿ ਜਿਹੜੀ ਪੜ੍ਹਾਈ ਹੈ ਨਾ ਉਹਦਾ ਮੁੱਖ ਮੰਤਵ ਬੱਚਿਆਂ ਨੂੰ ਗਿਆਨ ਵੰਡਣਾ ਆ, ਗਿਆਨ ਦੇਣਾ ਆ, ਨਾ ਕਿ ਉਹਨਾਂ ਨੂੰ ਪੜ੍ਹਾਈ ਦੇ ਬੋਝ ਹੇਠਾਂ ਦਬਾਉਣਾ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਭਵਿੱਖ ਦੇ ਵਿੱਚ ਗਿਆਨ ਦੇ ਨਾਲ ਭਰਪੂਰ ਬੱਚੇ ਮਿਲਣ, ਸਰੀਰਕ ਤੌਰ 'ਤੇ ਤੰਦਰੁਸਤ ਹੋਣ, ਮਾਨਸਿਕ ਤੌਰ 'ਤੇ ਤੰਦਰੁਸਤ ਹੋਣ, ਤਾਂ ਸਿਰਫ ਉਹਨਾਂ ਨੂੰ ਜਿਹੜਾ ਹੈ ਗਿਆਨ ਦੇ ਨਾਲ ਭਰਪੂਰ ਬਣਾਉਣਾ ਚਾਹੀਦਾ ਹੈ। ਉਹਨਾਂ ਨੂੰ ਕੰਪੀਟੀਸ਼ਨ ਦੇ ਵਿੱਚ, ਮਤਲਬ ਚੂਹੇ ਦੌੜ, ਜਿਹੜੀ ਅੱਜ ਕੱਲ੍ਹ ਹਰ ਪਾਸੇ ਚੂਹੇ ਦੌੜ ਲੱਗੀ ਹੈ ਨਾ ਕਿ ਮੇਰਾ ਬੱਚਾ ਅੱਗੇ, ਮੇਰਾ ਬੱਚਾ ਅੱਗੇ, ਉਸ ਚੂਹੇ ਦੌੜ ਦੇ ਵਿੱਚ ਬੱਚੇ ਨੂੰ ਦੌੜਾਉਣਾ ਨਹੀਂ ਚਾਹੀਦਾ, ਬਲਕਿ ਉਹਨੂੰ ਜਿਹੜਾ ਹੈ ਗਿਆਨ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਬੇਟੇ ਤੁਹਾਡੀ ਆਪਣੀ ਮਰਜ਼ੀ ਹੈ, ਜੇ ਤਾਂ ਤੁਸੀਂ ਇਹਨਾਂ ਲਾਈਨਾਂ ਨਾਲ ਸਹਿਮਤ ਹੋ, ਕਿਉਂਕਿ ਚੈਪਟਰ 'ਚ ਆਈਆਂ, ਤਾਂ ਤੁਸੀਂ ਇਹ ਲਿਖਣਾ ਆ ਕਿ ਕੋਈ ਸ਼ੱਕ ਨਹੀਂ ਹੈ ਕਿ ਪ੍ਰਿੰਸੀਪਲ ਆਪਣੀ ਜਗ੍ਹਾ 'ਤੇ ਸਹੀ ਹੈ, ਕਿ ਕੰਪੀਟੀਸ਼ਨ ਹੈਗਾ ਆ ਤੇ ਇਹ ਕੰਮ ਉਹਨਾਂ ਨੂੰ ਕਰਨਾ ਹੀ ਪੈਂਦਾ ਲਾਭ ਕਮਾਉਣ ਦੇ ਲਈ, ਕਿਉਂਕਿ ਇਹਦੇ ਵਿੱਚ ਸਿਰਫ ਆਪਣਾ ਫਾਇਦਾ ਸੋਚਦੇ ਆ, ਬੱਚਿਆਂ ਦੀ ਸਿਹਤ ਦਾ ਖਿਆਲ ਨਹੀਂ ਰੱਖਦੇ। ਪਰ ਜੇ ਤੁਸੀਂ ਉਲਟ ਲਿਖਣਾ ਹੈ ਫਿਰ ਤੁਸੀਂ ਇਹ ਲਿਖਣਾ ਹੈ ਕਿ ਉਹਨਾਂ ਨੂੰ ਬੱਚਿਆਂ ਦੀ ਸਿਹਤ ਪਹਿਲੇ ਸਤਰ 'ਤੇ ਰੱਖਣੀ ਚਾਹੀਦੀ ਆ, ਉਹਨਾਂ ਨੂੰ ਗਿਆਨ ਨਾਲ ਭਰਨਾ ਚਾਹੀਦਾ ਆ, ਸਿਲੇਬਸ ਦਾ ਭਾਰ ਨਹੀਂ ਪਾਉਣਾ ਚਾਹੀਦਾ। ਇਹ ਤੁਹਾਡੀ ਆਪਣੀ ਜਿਹੜੀ ਹੈ ਮਰਜ਼ੀ ਹੈ। ਪ੍ਰਿੰਸੀਪਲ ਤੋਂ ਬਾਅਦ ਨੀਲ ਪਰੀ ਦੀ ਕਚਹਿਰੀ ਵਿੱਚ ਕਿਸ ਨੂੰ ਬੁਲਾਇਆ ਜਾਂਦਾ ਹੈ? ਸੋ ਬੇਟਾ ਜਦੋਂ ਪ੍ਰਿੰਸੀਪਲ ਜਿਹੜੀ ਹੈ ਉਸ ਦੋਸ਼ ਮਾਤਾ ਪਿਤਾ ਦਾ ਦਿੰਦੀ ਹੈ ਨਾ, ਕਿ ਮਾਤਾ ਪਿਤਾ ਹੀ ਜਿਹੜੇ ਆ ਉਹਨਾਂ ਨੂੰ ਪੜ੍ਹਾਉਣ ਦੇ ਲਈ ਕਹਿੰਦੇ ਆ, ਉਹੀ ਕਹਿੰਦੇ ਆ ਕਿ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਓ ਲਿਖਾਓ, ਔਰ ਜਿਹੜਾ ਹੈ ਕਿਉਂਕਿ ਉਹ ਫੀਸਾਂ ਭਰਦੇ ਆ, ਇਸ ਕਰਕੇ ਇਸ ਤੋਂ ਬਾਅਦ ਜਿਹੜਾ ਹੈ ਪ੍ਰਿੰਸੀਪਲ ਤੋਂ ਬਾਅਦ ਨੀਲ ਪਰੀ ਦੀ ਕਚਹਿਰੀ ਦੇ ਵਿੱਚ ਬੱਚਿਆਂ ਦੇ ਮਾਤਾ ਪਿਤਾ ਨੂੰ ਬੁਲਾਇਆ ਜਾਂਦਾ ਆ। ਔਰ ਇਹਦੇ ਵਿੱਚ ਜਿਹੜਾ ਹੈ ਤੁਸੀਂ ਦੱਸਣਾ ਆ ਕਿ ਮਾਤਾ ਪਿਤਾ ਕੀ ਚਾਹੁੰਦੇ ਆ। ਇਹ 'ਚ 2-3 ਪੁਆਇੰਟ ਆ। ਪਹਿਲੀ ਗੱਲ ਤਾਂ ਇਹ ਆ ਕਿ ਮਾਤਾ ਪਿਤਾ ਜਿਹੜੇ ਆ ਆਪਣੇ ਬੱਚਿਆਂ ਨੂੰ ਸਿਰਫ ਡਾਕਟਰ ਤੇ ਵਕੀਲ ਬਣਾਉਣਾ ਚਾਹੁੰਦੇ ਆ। ਜਦੋਂ ਨਿੱਕੀ ਤੇ ਵਿੱਕੀ ਦੇ ਮਾਤਾ ਪਿਤਾ ਆਉਂਦੇ ਆ ਤਾਂ ਉਹ ਚਾਹੁੰਦੇ ਆ ਕਿ ਨਿੱਕੀ ਡਾਕਟਰ ਬਣੇ ਤੇ ਵਿੱਕੀ ਇੰਜੀਨੀਅਰ ਬਣੇ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਸਿਰਫ ਇਹੀ 2 ਪੇਸ਼ੇ ਰਹਿ ਗਏ ਆ ਜਿਸ 'ਚ ਸਭ ਤੋਂ ਜ਼ਿਆਦਾ ਕਮਾਈ ਆ ਤੇ ਸਭ ਤੋਂ ਜ਼ਿਆਦਾ ਨਾਮ ਆ। ਪਹਿਲਾ ਰੀਜ਼ਨ। ਦੂਸਰਾ, ਉਹ ਕੀ ਚਾਹੁੰਦੇ ਆ ਕਿ ਉਹ ਆਪ ਤਾਂ ਬਣ ਨਹੀਂ ਸਕੇ, ਪਰ ਉਹਨਾਂ ਦੇ ਬੱਚੇ ਜਿਹੜੇ ਆ ਉਹ ਡਾਕਟਰ ਤੇ ਇੰਜੀਨੀਅਰ ਬਣਨ, ਤਾਂ ਕਿ ਜਦੋਂ ਵੀ ਉਹ ਸੁਸਾਇਟੀ ਦੇ ਵਿੱਚੋਂ ਨਿਕਲਣ ਤਾਂ ਸਾਰੇ ਪਾਸੇ ਉਹਨਾਂ ਦੀ ਜਿਹੜੀ ਹੈ ਇੱਜ਼ਤ ਹੋਵੇ, ਨੱਕ ਹੋਵੇ ਕਿ ਫਲਾਣੇ ਡਾਕਟਰ ਦਾ ਪਿਓ ਜਾ ਰਿਹਾ ਹੈ, ਫਲਾਣੇ ਇੰਜੀਨੀਅਰ ਦੀ ਮਾਂ ਜਾ ਰਹੀ ਹੈ। ਇਸ ਕਰਕੇ ਸਮਾਜ ਦੇ ਵਿੱਚ ਇੱਜ਼ਤ ਬਣਾਉਣ ਦੇ ਲਈ ਉਹ ਆਪਣੇ ਬੱਚੇ ਨੂੰ ਡਾਕਟਰ ਇੰਜੀਨੀਅਰ ਬਣਾਉਣਾ ਚਾਹੁੰਦੇ ਆ। ਤੀਸਰਾ ਕੀ ਹੈ ਕਿ ਜੇਕਰ ਉਹ ਆਪਣੇ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਨਹੀਂ ਨਾ ਬਣਾਉਂਦੇ ਤਾਂ ਉਹਨਾਂ ਦਾ ਨੱਕ ਨਹੀਂ ਰਹਿੰਦਾ, ਉਹਨਾਂ ਦੀ ਇੱਜ਼ਤ ਨਹੀਂ ਰਹਿੰਦੀ। ਇਸ ਕਰਕੇ ਆਪਣੇ ਬੱਚੇ ਨੂੰ ਡਾਕਟਰ ਤੇ ਇੰਜੀਨੀਅਰ ਬਣਾਉਣਾ ਉਹਨਾਂ ਦੀ ਇੱਜ਼ਤ ਦਾ ਸਵਾਲ ਹੈ। ਔਰ ਵੈਸੇ ਵੀ ਜੇਕਰ ਉਹਨਾਂ ਦਾ ਬੱਚਾ ਜਿਹੜਾ ਹੈ, ਕੁੜੀ ਡਾਕਟਰ ਬਣ ਗਈ ਤਾਂ ਕਿਸੇ ਨੇ ਦਹੇਜ ਨਹੀਂ ਮੰਗਣਾ, ਔਰ ਮੁੰਡਾ ਜੇਕਰ ਇੰਜੀਨੀਅਰ ਬਣ ਗਿਆ ਤਾਂ ਮੂੰਹ ਮੰਗੀ ਰਕਮ ਜਿਹੜੀ ਆ ਉਹ ਮੰਗ ਸਕਦੇ ਆ। ਇਸ ਕਰਕੇ ਜਿਹੜੇ ਮਾਤਾ ਪਿਤਾ ਆ ਉਹਨਾਂ ਨੂੰ ਬੁਲਾਇਆ ਜਾਂਦਾ ਆ, ਕਿਉਂਕਿ ਉਹੀ ਆ ਜਿਹੜੇ ਸਿਰਫ ਇਹ ਕਹਿੰਦੇ ਆ ਕਿ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਜਾਵੇ, ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਆ ਉਹ ਇਸ ਕੰਪੀਟੀਸ਼ਨ ਦੇ ਵਿੱਚ ਅੱਗੇ ਨਿਕਲ ਸਕਣ।
ਤੁਸੀਂ ਬੱਚਿਆਂ ਦੇ ਮੰਮੀ ਪਾਪਾ ਦੀ ਗੱਲਬਾਤ ਨਾਲ ਸਹਿਮਤ ਹੋ ਜਾਂ ਨਹੀਂ, ਵਿਸਤਾਰ ਸਹਿਤ ਉੱਤਰ ਦਿਓ। ਫਿਰ ਉਸੇ ਤਰ੍ਹਾਂ ਬੇਟਾ ਤੁਹਾਡੀ ਆਪਣੀ ਮਰਜ਼ੀ ਹੈ। ਵੈਸੇ ਤਾਂ ਇੱਕ ਚੀਜ਼ ਸਮਝ ਲਓ ਕਿ ਜਿਹੜੇ ਮੰਮੀ ਪਾਪਾ ਆ ਉਹ ਗਲਤ ਨਹੀਂ ਬੋਲਦੇ। ਹਰ ਮਾਤਾ ਪਿਤਾ ਦੀਆਂ ਜਿਹੜੀਆਂ ਹੈ ਨਾ ਕੁਝ ਇੱਛਾਵਾਂ ਹੁੰਦੀਆਂ। ਹੁਣ ਮਾਤਾ ਪਿਤਾ ਜਿਹੜੇ ਆ ਮਿਹਨਤ ਕਰਦੇ ਆ, ਕਮਾਈ ਕਰਦੇ ਆ, ਤੁਹਾਡੀ ਪੜ੍ਹਾਈ ਦੇ ਉੱਪਰ ਲੱਖਾਂ ਰੁਪਏ ਖਰਚ ਕਰਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਔਰ ਸਿਰਫ ਬਦਲੇ ਦੇ ਵਿੱਚ ਉਹ ਇਹੀ ਚਾਹੁੰਦੇ ਆ ਕਿ ਤੁਸੀਂ ਪੜ੍ਹ ਲਿਖ ਜਾਓ, ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅੱਗੇ ਨਿਕਲੋ, ਕਿਉਂਕਿ ਪੜ੍ਹਾਈ ਤੋਂ ਬਿਨਾਂ ਜਿਹੜਾ ਹੈ ਉਹ ਗੁਜ਼ਾਰਾ ਨਹੀਂ ਆ। ਜੇਕਰ ਤੁਸੀਂ ਨਹੀਂ ਪੜ੍ਹੋ ਲਿਖੋਗੇ ਤਾਂ ਹਮੇਸ਼ਾ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਧੱਕੇ ਹੀ ਖਾਓਗੇ, ਕਿਉਂਕਿ ਨਾ ਤਾਂ ਤੁਹਾਨੂੰ ਪੜ੍ਹਾਈ ਬਿਨਾਂ ਨੌਕਰੀ ਮਿਲਣੀ ਹੈ ਤੇ ਨਾ ਹੀ ਜਿਹੜਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਸਫਲਤਾ ਮਿਲਣੀ ਹੈ। ਕਿਉਂਕਿ ਪੜ੍ਹਾਈ ਤੋਂ ਬਿਨਾਂ ਤਾਂ ਤੁਹਾਡਾ ਜੀਵਨ ਜਿਹੜਾ ਹੈ ਨਾ ਉਹ ਕੋਰੇ ਕਾਗਜ਼ ਵਾਂਗ ਹੈ, ਬਿਲਕੁਲ ਖਾਲੀ, ਬਿਨਾਂ ਗਿਆਨ ਤੋਂ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਹੈ। ਸੋ ਤੁਸੀਂ ਲਿਖ ਸਕਦੇ ਹੋ ਕਿ ਮੈਂ ਮੰਮੀ ਪਾਪਾ ਦੀ ਗੱਲ ਦੇ ਨਾਲ ਸਹਿਮਤ ਹਾਂ ਕਿ ਬੱਚਿਆਂ ਦੇ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ। ਬੱਚਿਆਂ ਦੀ ਜ਼ਿੰਦਗੀ ਵਿੱਚ ਬਸਤੇ ਦਾ ਅਹਿਮ ਸਥਾਨ ਹੈ। ਬੱਚਿਆਂ ਨੂੰ ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜ਼ਿੰਦਗੀ ਦੇ ਸਫ਼ਰ ਵਿੱਚ ਜੇਕਰ ਸਫਲਤਾ ਪਾਣੀ ਹੈ ਔਰ ਜ਼ਿੰਦਗੀ ਦੇ ਵਿੱਚ ਕੁਝ ਹਾਸਿਲ ਕਰਨਾ ਹੈ ਨਾ, ਤਾਂ ਫਿਰ ਮਿਹਨਤ ਤਾਂ ਕਰਨੀ ਹੀ ਪੈਣੀ ਆ। ਕਿਉਂਕਿ ਵੈਸੇ ਵੀ ਮਾਤਾ ਪਿਤਾ ਜਿਹੜੇ ਆ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਿਖਾਉਣ ਦੇ ਲਈ ਤੇ ਜ਼ਿੰਦਗੀ ਵਿੱਚ ਸਫਲ ਬਣਾਉਣ ਦੇ ਲਈ ਬਹੁਤ ਮਿਹਨਤਾਂ ਕਰਦੇ ਆ। ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਜਿਹੜਾ ਹੈ ਬੱਚਿਆਂ ਦੇ ਉੱਪਰ ਜਿਹੜਾ ਬੇਲੋੜਾ ਬੋਝ ਹੈ ਉਹਨੂੰ ਥੋੜ੍ਹਾ ਘੱਟ ਕਰਨਾ ਚਾਹੀਦਾ ਹੈ, ਤਾਂ ਕਿ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਦੋਨੋਂ ਵਿਕਾਸ ਜਿਹੜੇ ਆ ਉਹ ਬਰਾਬਰ ਹੋਣ। ਬੱਚੇ ਸਰੀਰਕ ਤੌਰ ਤੇ ਵੀ ਤੰਦਰੁਸਤ ਹੋਣ ਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੋਣ। ਇਹਦੇ ਲਈ ਜਿਹੜਾ ਹੈ ਬੱਚਿਆਂ ਦੀਆਂ ਭਾਵਨਾਵਾਂ ਨੂੰ, ਮਾਤਾ ਪਿਤਾ ਨੂੰ ਕੀ ਚਾਹੀਦਾ ਆ ਕਿ ਉਹ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਉਹ ਜਿਸ ਵੀ ਖੇਤਰ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਆ ਨਾ ਉਹ ਜਾਣ। ਸੋ ਤੁਸੀਂ ਇੱਥੇ ਬੇਟਾ ਜਿਹੜਾ ਹੈ ਕ੍ਰੋਸ ਨਹੀਂ ਕਰਨਾ ਕਿ ਮਾਤਾ ਪਿਤਾ ਦੀਆਂ ਗੱਲਾਂ ਨਾਲ ਤੁਸੀਂ ਸਹਿਮਤ ਨਹੀਂ ਹੋ। ਤੁਸੀਂ ਲਿਖਣਾ ਹੈ ਕਿ ਸਹਿਮਤ ਆ। ਕੋਈ ਸ਼ੱਕ ਨਹੀਂ ਹੈ ਕਿ ਹਰ ਮਾਂ ਪਿਓ ਦੀਆਂ ਇੱਛਾਵਾਂ ਹੁੰਦੀਆਂ ਆ, ਉਹ ਆਪਣੇ ਬੱਚਿਆਂ ਨੂੰ ਜਿਹੜਾ ਹੈ ਸਫਲ ਇਨਸਾਨ ਬਣਾਉਣਾ ਚਾਹੁੰਦੇ ਆ। ਪਰ ਨਾਲ ਦੀ ਨਾਲ ਜਿਹੜਾ ਹੈ ਉਹਨਾਂ ਨੂੰ ਸਿਰਫ ਇਹ ਸਮਝਣ ਦੀ ਲੋੜ ਹੈ ਮਾਤਾ ਪਿਤਾ ਨੂੰ ਕਿ ਅਸਲ ਮਾਇਨੇ 'ਚ ਉਹਨਾਂ ਦੇ ਬੱਚੇ ਜਿਹੜੇ ਆ ਉਹ ਕਿਸ ਖੇਤਰ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਆ। ਸੋ ਬੱਚੇ ਦੀ ਮਾਨਸਿਕਤਾ ਨੂੰ ਸਮਝ ਕੇ, ਮਨ ਨੂੰ ਸਮਝ ਕੇ ਹੀ ਉਹਨਾਂ ਨੂੰ ਜਿਹੜਾ ਹੈ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਆ। ਠੀਕ ਹੈ। ਲਾਸਟ ਹੈ ਬੱਚਾ, ਪੜ੍ਹਾਈ ਦੀ ਕੋਈ ਹੱਦ ਤਾਂ ਹੋਣੀ ਚਾਹੀਦੀ ਹੈ। ਨੀਲ ਪਰੀ, ਤੁਸੀਂ ਇਹਨਾਂ ਬੱਚਿਆਂ ਨੂੰ ਇਹਨਾਂ ਦੀ ਉਮਰ ਤੋਂ ਜ਼ਿਆਦਾ ਕਿਉਂ ਪੜ੍ਹਾਉਣਾ ਚਾਹੁੰਦੇ ਹੋ? ਸੋ ਬੇਟਾ ਇਹਦੇ ਵਿੱਚ ਜਿਹੜਾ ਹੈ ਅਖੀਰ ਕੀ ਹੁੰਦਾ ਆ, ਜਦੋਂ ਬੱਚਿਆਂ ਦੇ ਉੱਪਰ ਬਹੁਤ ਜ਼ਿਆਦਾ ਪੜ੍ਹਾਈ ਦਾ ਬੋਝ ਪਾਇਆ ਜਾਂਦਾ ਹੈ ਨਾ, ਜਦੋਂ ਅਖੀਰ ਦੇ ਵਿੱਚ ਕੀ ਹੁੰਦਾ ਆ, ਵਾਰੀ ਸਾਰਿਆਂ ਨੂੰ ਨੀਲ ਪਰੀ ਦੀ ਕਚਹਿਰੀ ਦੇ ਵਿੱਚ ਬੁਲਾਇਆ ਜਾਂਦਾ ਆ। ਅਧਿਆਪਕ ਆ ਗਿਆ, ਪ੍ਰਿੰਸੀਪਲ ਆ ਗਿਆ, ਮੰਤਰੀ, ਮਾਤਾ ਪਿਤਾ, ਸਾਰਿਆਂ ਨੂੰ ਵਾਰੀ ਬੁਲਾਇਆ ਜਾਂਦਾ ਨਾ, ਪਰ ਕੋਈ ਵੀ ਬੰਦਾ ਜਿਹੜਾ ਆ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਨਹੀਂ ਹੁੰਦਾ। ਤਾਂ ਉਸ ਸਮੇਂ ਅਖੀਰ ਦੇ ਉੱਪਰ ਨਾ ਸਾਰਾ ਦੋਸ਼ ਬੱਚਿਆਂ ਦਾ ਕੱਢ ਦਿੱਤਾ ਜਾਂਦਾ ਆ, ਕਿਉਂਕਿ ਪ੍ਰਿੰਸੀਪਲ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਸਕੂਲਾਂ ਦੇ ਵਿੱਚ ਪੜ੍ਹਾਈ ਜਿਹੜੀ ਅਧਿਆਪਕ ਪੜ੍ਹਾਈ ਕਰਾ ਰਹੇ ਆ, ਇੰਨੀਆਂ ਵੱਡੀਆਂ ਬਿਲਡਿੰਗਾਂ, ਸਾਰਾ ਕੁਝ ਜਿਹੜਾ ਹੈ ਬੱਚਿਆਂ ਨੂੰ ਦਿੱਤਾ ਜਾ ਰਿਹਾ ਆ। ਔਰ ਇਹਦੇ ਵਿੱਚ ਜਿਹੜਾ ਹੈ ਮਾਤਾ ਪਿਤਾ ਉਹ ਇੰਨਾ ਖਰਚ ਕਰਦੇ ਆ, ਫੀਸਾਂ ਭਰਦੇ ਆ। ਸੋ ਹਰ ਬੰਦਾ ਆਪਣੇ ਐਫਰਟਸ ਕਰਦਾ ਪਿਆ ਹੈ। ਕਸੂਰ ਸਿਰਫ ਬੱਚਿਆਂ ਦਾ ਆ ਕਿ ਬੱਚੇ ਜਿਹੜੇ ਆ ਉਹ ਪੜ੍ਹਨਾ ਨਹੀਂ ਚਾਹੁੰਦੇ, ਬੱਚੇ ਹੀ ਨਲਾਇਕ ਆ। ਸੋ ਇਹਦੇ ਵਿੱਚ ਜਿਹੜਾ ਹੈ ਨਾ ਜਦੋਂ ਸਾਰਾ ਦੋਸ਼ ਬੱਚਿਆਂ ਦਾ ਕੱਢ ਦਿੱਤਾ ਜਾਂਦਾ ਆ, ਤਾਂ ਉਸ ਸਮੇਂ ਜਿਹੜਾ ਬੱਚਾ ਆ ਉਹ ਕੀ ਕਹਿੰਦਾ ਆ ਕਿ ਪੜ੍ਹਾਈ ਦੀ ਕੋਈ ਹੱਦ ਤਾਂ ਹੋਣੀ ਚਾਹੀਦੀ ਨਾ, ਕੋਈ ਲਿਮਟ ਤਾਂ ਹੋਵੇ। ਨੀਲ ਪਰੀ, ਤੁਸੀਂ ਇਹਨਾਂ ਬੱਚਿਆਂ ਨੂੰ ਇਹਨਾਂ ਦੀ ਉਮਰ ਤੋਂ ਜ਼ਿਆਦਾ ਕਿਉਂ ਪੜ੍ਹਾਉਣਾ ਚਾਹੁੰਦੇ ਹੋ? ਸੋ ਨੀਲ ਪਰੀ ਜਿਹੜੀ ਹੈ ਸਾਰੇ ਵੱਡਿਆਂ ਨੂੰ ਇਹ ਸਵਾਲ ਪੁੱਛਦੀ ਹੈ ਕਿ ਅਸਲ ਮਾਇਨੇ ਦੇ ਵਿੱਚ ਜਿਹੜਾ ਹੈ ਉਹ ਇੰਨੀ ਜ਼ਿਆਦਾ ਵਿਚਾਰਿਆਂ ਨੂੰ ਉਹਨਾਂ ਦੀ ਉਮਰ ਤੋਂ ਵੀ ਵੱਧ ਬੋਝ ਉਹਨਾਂ 'ਤੇ ਪੜ੍ਹਾਈ ਦਾ ਕਿਉਂ ਪਾਈ ਜਾਂਦੇ ਆ। ਉਸ ਸਮੇਂ ਇਹ ਜਿਹੜੀਆਂ 17 ਬੇਟਾ ਜੇ ਤੁਸੀਂ ਹੈਲਪ ਲੈਣਾ ਚਾਹੁੰਦੇ ਨਾ ਤਾਂ ਦੇਖੋ ਤੁਹਾਡੀ ਬੁੱਕ ਦੇ ਵਿੱਚ ਪੇਜ ਨੰਬਰ 90 ਦੇ ਉੱਪਰ ਇਹ ਲਾਈਨਾਂ ਹੈਗੀਆਂ ਆ ਦੇਖੋ, ਪੜ੍ਹਾਈ ਦੀ ਕੋਈ ਹੱਦ ਤਾਂ ਹੋਣੀ ਚਾਹੀਦੀ ਹੈ ਨਾ, ਤੁਸੀਂ ਇਹਨਾਂ ਬੱਚਿਆਂ ਨੂੰ ਇਹਨਾਂ ਦੀ ਉਮਰ ਤੋਂ ਜ਼ਿਆਦਾ ਕਿਉਂ ਪੜ੍ਹਾਉਣਾ ਚਾਹੁੰਦੇ ਹੋ? ਜਿੱਥੇ ਅਖੀਰ ਤੇ ਪ੍ਰਿੰਸੀਪਲ ਕਹਿੰਦੀ ਹੈ ਨਾ ਕਿ ਇਹ ਨਲਾਇਕ ਨੇ, ਇਹ ਪੜ੍ਹਨਾ ਹੀ ਨਹੀਂ ਚਾਹੁੰਦੇ। ਠੀਕ ਹੈ। ਸੋ ਇੱਥੇ ਜਿਹੜਾ ਹੈ ਸਾਰੇ ਵੱਡੇ ਹਾਂ ਕਹਿੰਦੇ ਕਿ ਸਾਰੇ ਵੱਡੇ ਜਿਹੜੇ ਆ ਉਹ ਇਹੀ ਗੱਲ ਕਹਿੰਦੇ ਕਿ ਬੱਚੇ ਨਲਾਇਕ ਆ, ਉਹੀ ਨਹੀਂ ਪੜ੍ਹਨਾ ਚਾਹੁੰਦੇ। ਠੀਕ ਹੈ। ਸੋ ਇੱਥੋਂ ਤੋਂ ਤੁਹਾਨੂੰ ਜਿਹੜੀ ਆ ਹੈਲਪ ਮਿਲੇਗੀ। ਸੋ ਇਹਦੇ ਵਿੱਚ ਪਹਿਲਾ ਕੁਐਸਚਨ ਹੈ, ਉਪਰੋਕਤ ਵਾਰਤਾਲਾਪ ਕਿਸ ਬਾਰੇ ਹੋ ਰਹੀ ਹੈ? ਪੜ੍ਹਾਈ ਦੇ ਬੋਝ ਬਾਰੇ ਹੋ ਰਹੀ ਹੈ। ਠੀਕ ਹੈ, ਪੜ੍ਹਾਈ ਦੇ ਬੋਝ ਬਾਰੇ।
ਇਹ ਵਾਰਤਾਲਾਪ ਜਿਹੜੀ ਹੈ ਉਹ ਬੱਚਿਆਂ ਦੇ ਉੱਪਰ ਪਾਏ ਜਾਣ ਵਾਲੇ ਪੜ੍ਹਾਈ ਦੇ ਬੋਝ ਬਾਰੇ ਹੋ ਰਹੀ ਹੈ। ਜਦੋਂ ਸਾਰੇ ਵੱਡੇ ਜਿਹੜੇ ਆ ਉਹ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੁੰਦੇ, ਉਹ ਇਸ ਚੀਜ਼ ਨੂੰ ਨਹੀਂ ਮੰਨਦੇ ਕਿ ਕਸੂਰ ਉਹਨਾਂ ਦਾ ਆ, ਕਿਉਂਕਿ ਅਧਿਆਪਕ ਜਿਹੜੀ ਆ ਉਹ ਕਹਿੰਦੀ ਆ ਕਿ ਮੈਂ ਤਾਂ ਪੜ੍ਹਾਉਂਦੀ ਆ, ਸਿਲੇਬਸ ਬਹੁਤ ਜ਼ਿਆਦਾ ਆ, ਉਹਨੂੰ ਹੋਮਵਰਕ ਦੇਣਾ ਪੈਂਦਾ ਹੈ। ਪ੍ਰਿੰਸੀਪਲ ਕਹਿੰਦੀ ਹੈ ਜੀ ਕੰਪੀਟੀਸ਼ਨ ਦਾ ਜ਼ਮਾਨਾ ਹੈ। ਮੰਤਰੀ ਕਹਿੰਦਾ ਹੈ ਪੜ੍ਹਨਗੇ ਲਿਖਣਗੇ ਬਣਨਗੇ ਨਵਾਬ, ਖੇਡਣਗੇ ਕੁੱਦਣਗੇ ਹੋਣਗੇ ਖਰਾ। ਮਾਤਾ ਪਿਤਾ ਕਹਿੰਦੇ ਆ ਕਿ ਉਹਨਾਂ ਨੇ ਜਿਹੜਾ ਹੈ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਆ ਤਾਂ ਕਿ ਉਹ ਸਫਲਤਾ ਹਾਸਲ ਕਰ। ਸੋ ਜਦੋਂ ਹਰ ਬੰਦਾ ਜਿਹੜਾ ਆ ਉਹ ਆਪਣੀ ਜਗ੍ਹਾ 'ਤੇ ਆਪਣੇ ਆਪ ਨੂੰ ਸਹੀ ਸਾਬਿਤ ਕਰਦਾ ਆ ਨਾ, ਔਰ ਸਾਰਾ ਦੋਸ਼ ਬੱਚਿਆਂ ਦਾ ਕੱਢ ਦਿੱਤਾ ਜਾਂਦਾ ਆ ਨਾ, ਤਾਂ ਉਸ ਸਮੇਂ ਜਿਹੜੇ ਆ ਇਹ ਵਾਰਤਾਲਾਪ ਉਚਾਰੇ ਗਏ ਆ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਪੜ੍ਹਾਈ ਦੇ ਬੋਝ ਬਾਰੇ ਜ਼ਿਕਰ ਕਰਦੇ ਆ ਕਿ ਅਸਲ ਮਾਇਨੇ ਦੇ ਵਿੱਚ ਇਸ ਪੜ੍ਹਾਈ ਦੇ ਬੋਝ ਦੀ ਜਿਹੜੀ ਹੈ ਕੋਈ ਨਾ ਕੋਈ ਸੀਮਾ ਤਾਂ ਹੋਣੀ ਚਾਹੀਦੀ ਆ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਉਮਰ ਤੋਂ ਜ਼ਿਆਦਾ ਪੜ੍ਹਾਇਆ ਜਾ ਰਿਹਾ ਹੈ ਤੇ ਉਮਰ ਤੋਂ ਜ਼ਿਆਦਾ ਉਹਨਾਂ ਦੇ ਉੱਪਰ ਪੜ੍ਹਾਈ ਦਾ ਬੋਝ ਪਾਇਆ ਜਾ ਰਿਹਾ ਹੈ। ਇਸ ਕਰਕੇ ਬੱਚੇ ਜਿਹੜੇ ਆ ਉਹ ਇਸ ਪੜ੍ਹਾਈ ਦੇ ਬੋਝ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ। ਅੰਤ ਵਿੱਚ ਨੀਲ ਪਰੀ ਕੀ ਫੈਸਲਾ ਸੁਣਾਉਂਦੀ ਹੈ। ਇਹ ਤੁਹਾਡੇ ਬਹੁਤ ਅੱਛੇ ਪੁਆਇੰਟ ਬੇਟਾ ਬਣੇ ਹੋਏ ਆ ਪੇਜ ਨੰਬਰ 91 ਦੇ ਉੱਪਰ। ਮੈਂ ਤਾਂ ਤੁਹਾਨੂੰ ਸਮਝਾ ਦਿੰਦੀ ਹਾਂ ਤਾਂ ਤੁਸੀਂ ਹੈਲਪ ਲੈਣੀ ਆ। ਸਭ ਤੋਂ ਪਹਿਲਾਂ ਤਾਂ ਨੀਲ ਪਰੀ ਜਿਹੜੀ ਆ ਉਹ ਇਹ ਕਹਿੰਦੀ ਹੈ ਕਿ ਬੱਚਿਆਂ ਦੇ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪੜ੍ਹਨ ਦੇ ਨਾਲ ਵਿਅਕਤੀ ਦਾ ਮਾਨਸਿਕ ਵਿਕਾਸ ਹੁੰਦਾ ਹੈ। ਠੀਕ ਹੈ, ਸੋ ਨੀਲ ਪਰੀ ਨੇ ਜਦੋਂ ਆਪਣੀ ਕਚਹਿਰੀ ਦੇ ਅਖੀਰ ਦੇ ਵਿੱਚ ਜਿਹੜਾ ਹੈ ਫੈਸਲਾ ਸੁਣਾਇਆ ਸੀ ਕਿ ਪੜ੍ਹਾਈ ਜ਼ਰੂਰੀ ਹੈ, ਪੜ੍ਹਨ ਦੇ ਨਾਲ ਮਾਨਸਿਕ ਵਿਕਾਸ ਹੁੰਦਾ ਹੈ, ਪਰ ਉਹਨੇ ਨਾਲ ਹੀ ਕੀ ਕਿਹਾ ਸੀ ਕਿ ਜਿਹੜੇ ਹੈ ਜਦੋਂ ਬੱਚਿਆਂ ਦੇ ਚਿਹਰੇ ਮੁਰਝਾ ਜਾਂਦੇ ਹਨ, ਪਰ ਜਿੰਨਾ ਇੱਕ ਵਿਅਕਤੀ ਲਈ ਮਾਨਸਿਕ ਵਿਕਾਸ ਜ਼ਰੂਰੀ ਹੈ ਓਨਾ ਹੀ ਜ਼ਰੂਰੀ ਹੈ ਸਰੀਰ ਦਾ ਵਿਕਾਸ, ਕਿਉਂਕਿ ਜੇ ਸਰੀਰ ਹੀ ਤੰਦਰੁਸਤ ਨਹੀਂ ਹੋਏਗਾ ਤਾਂ ਮਨ ਦਾ ਵਿਕਾਸ ਨਹੀਂ ਹੋ ਸਕਦਾ। ਔਰ ਸਰੀਰ ਦੇ ਵਿਕਾਸ ਦੇ ਲਈ ਬੱਚਿਆਂ ਦਾ ਜਿਹੜਾ ਹੈ ਖੇਡਣਾ ਤੇ ਮਨੋਰੰਜਨ ਕਰਨਾ ਬਹੁਤ ਹੀ ਜ਼ਰੂਰੀ ਹੈ। ਸੋ ਨੀਲ ਪਰੀ ਨੇ ਆਪਣੀ ਸਭਾ ਦੇ ਵਿੱਚ ਇਹ ਫੈਸਲਾ ਸੁਣਾਇਆ ਸੀ ਕਿ ਬੱਚਿਆਂ ਦਾ ਮਾਨਸਿਕ ਵਿਕਾਸ ਜ਼ਰੂਰੀ ਹੈ, ਮਾਨਸਿਕ ਵਿਕਾਸ ਲਈ ਪੜ੍ਹਨਾ ਜ਼ਰੂਰੀ ਹੈ, ਪਰ ਨਾਲ ਦੀ ਨਾਲ ਸਰੀਰਕ ਵਿਕਾਸ ਜ਼ਰੂਰੀ ਹੈ, ਔਰ ਸਰੀਰਕ ਵਿਕਾਸ ਦੇ ਲਈ ਬੱਚਿਆਂ ਦਾ ਖੇਡਣਾ ਤੇ ਮਨੋਰੰਜਨ ਕਰਨਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਦਿਮਾਗ ਰਹਿ ਸਕਦਾ ਹੈ। ਫਿਰ ਦੂਸਰਾ ਜਿਹੜਾ ਹੈ ਨੀਲ ਪਰੀ ਨੇ ਕੀ ਕਿਹਾ ਸੀ ਕਿ ਜਿਹੜਾ ਕੰਪੀਟੀਸ਼ਨ ਦਾ ਜ਼ਮਾਨਾ ਹੈ ਨਾ ਉਹ ਵੱਡਿਆਂ ਦਾ ਆਪਣਾ ਹੀ ਪੈਦਾ ਕੀਤਾ ਹੋਇਆ, ਇਸ ਕਰਕੇ ਸਾਨੂੰ ਕੀ ਕਰਨਾ ਚਾਹੀਦਾ, ਕੰਪੀਟੀਸ਼ਨ ਨੂੰ ਖਤਮ ਕਰ ਦੇਣਾ ਚਾਹੀਦਾ। ਬੱਚਿਆਂ ਨੂੰ ਚੂਹੇ ਦੌੜ ਦੇ ਵਿੱਚ ਦੌੜਾਉਣਾ ਨਹੀਂ ਚਾਹੀਦਾ ਹੈਗਾ। ਇਹ ਕੰਪੀਟੀਸ਼ਨ ਜਿਹੜਾ ਹੈ ਅਸੀਂ ਆਪ ਹੀ ਵੱਡਿਆਂ ਨੇ ਹੀ ਪੈਦਾ ਕੀਤਾ ਹੈ, ਇਸ ਕਰਕੇ ਜਿਹੜਾ ਹੈ ਇਹ ਕੰਪੀਟੀਸ਼ਨ ਨੂੰ ਖਤਮ ਕਰ ਦਿੱਤਾ ਜਾਵੇ। ਫਿਰ ਜਿਹੜਾ ਹੈ ਉਹਨਾਂ ਨੇ ਨੀਲ ਪਰੀ ਨੇ ਅੱਗੋਂ ਕੀ ਕਿਹਾ ਸੀ ਕਿ ਜਿਹੜਾ ਹੈ ਠੀਕ ਹੈ ਕਿ ਤੁਹਾਡੀ ਹਰ ਖਾਹਿਸ਼ ਨੂੰ ਪੂਰਾ ਕਰਨ ਲਈ ਆਪਣੇ ਬਚਪਨ ਦੀ ਕੁਰਬਾਨੀ ਦੇਣਾ ਇਹਨਾਂ ਦੀ ਮਜਬੂਰੀ ਹੈ, ਕਿ ਜਿਹੜੇ ਮਾਤਾ ਪਿਤਾ ਚਾਹੁੰਦੇ ਨਾ ਕਿ ਉਹਨਾਂ ਦੇ ਬੱਚੇ ਡਾਕਟਰ ਤੇ ਇੰਜੀਨੀਅਰ ਹੀ ਬਣਨ, ਉਹਨਾਂ ਦੀ ਇੱਛਾ ਨੂੰ ਪੂਰਾ ਕਰਨਾ ਜਿਹੜਾ ਹੈ ਨਾ ਉਹ ਬੱਚੇ ਦੀ ਮਜਬੂਰੀ ਹੈ। ਪਰ ਤੁਸੀਂ ਕਦੇ ਇਹਨਾਂ ਦੇ ਮਨਾਂ ਅੰਦਰ ਝਾਤੀ ਮਾਰ ਕੇ ਵੇਖਿਆ ਕਿ ਇਹਨਾਂ ਦਾ ਕੀ ਖੁਆਇਸ਼ਾਂ ਨੇ? ਨਹੀਂ, ਪਰ ਤੁਹਾਨੂੰ ਲੋੜ ਵੀ ਕੀ ਹੈ, ਭੁੱਲ ਗਏ ਤੁਸੀਂ ਵੀ ਕਦੀ ਬੱਚੇ ਸੀ। ਸੋ ਇੱਥੇ ਬੇਟਾ ਜਿਹੜੇ ਹੈ ਮੇਨ ਪੁਆਇੰਟ ਕਿਹੜੇ ਕਿਹੜੇ ਆਏ? ਨੀਲ ਪਰੀ ਨੇ ਫੈਸਲਾ ਸੁਣਾਇਆ ਸੀ ਕਿ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰਕ ਵਿਕਾਸ ਵੀ ਜ਼ਰੂਰੀ ਹੈ। ਦੂਸਰਾ ਪੁਆਇੰਟ ਕਿ ਕੰਪੀਟੀਸ਼ਨ ਨੂੰ ਖਤਮ ਕਰ ਦਿਓ, ਕਿਉਂਕਿ ਜੇਕਰ ਕੰਪੀਟੀਸ਼ਨ ਖਤਮ ਹੋ ਜਾਏਗਾ ਤਾਂ ਆਪਣੇ ਆਪ ਪੜ੍ਹਾਈ ਦਾ ਬੋਝ ਖਤਮ ਹੋ ਜਾਏਗਾ। ਤੀਸਰਾ ਕਿ ਆਪਣੀਆਂ ਅਧੂਰੀਆਂ ਇੱਛਾਵਾਂ ਬੱਚਿਆਂ ਦੇ ਉੱਪਰ ਲੱਦਣਾ ਬੰਦ ਕਰ ਦਿਓ। ਬੇਸ਼ੱਕ ਬੱਚਿਆਂ ਦੀ ਜਿਹੜੀ ਹੈਗੀ ਆ ਮਾਪਿਆਂ ਦੀ ਇੱਛਾ ਪੂਰੀ ਕਰਨਾ ਮਜਬੂਰੀ ਹੈ, ਪਰ ਬੱਚਿਆਂ ਦੇ ਮਨ ਨੂੰ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸਲ ਮਾਇਨੇ 'ਚ ਬੱਚੇ ਜਿਹੜੇ ਆ ਉਹ ਕੀ ਚਾਹੁੰਦੇ ਆ। ਸੋ ਬੱਚਿਆਂ ਦਾ ਜਿਹੜਾ ਹੈ ਮਨ ਪੜ੍ਹੋ, ਪੜ੍ਹਾਈ ਦਾ ਬੋਝ ਹਟਾਓ, ਤਾਂ ਕਿ ਬੱਚੇ ਜਿਹੜੇ ਆ ਉਹ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਹੋਣ। ਵਕੀਲ ਸਿਲੇਬਸ ਬਾਰੇ ਕੀ ਦਲੀਲ ਦਿੰਦਾ ਹੈ? ਸੇਮ ਬੇਟਾ ਇਸੇ ਪੇਜ ਤੇ ਦੇਖੋ ਜਿਹੜਾ ਹੈ ਵਕੀਲ ਨੇ ਬਹੁਤ ਇੰਪੋਰਟੈਂਟ ਆ। ਦੇਖੋ ਵਕੀਲ ਨੇ ਕੀ ਕਿਹਾ ਸੀ, ਜਦੋਂ ਸਾਰੇ ਵੱਡੇ ਕਹਿੰਦੇ ਆ ਨਾ ਪਰ ਇਹਨਾਂ ਨੂੰ ਸਿਲੇਬਸ ਤਾਂ ਪੂਰਾ ਕਰਨਾ ਹੀ ਪਏਗਾ। ਦੇਖੋ ਵਕੀਲ ਨੇ ਕੀ ਦਲੀਲ ਦਿੱਤੀ ਸੀ, ਗੁੱਸੇ ਨਾਲ ਤੜਪ ਕੇ ਸਿਲੇਬਸ ਸਿਲੇਬਸ ਸਿਲੇਬਸ। ਸਵਾਲ ਤਾਂ ਇਹ ਹੈ ਕਿ ਆਖਰ ਲਗਵਾਉਂਦੇ ਹੀ ਕਿਉਂ ਹੋ ਇੰਨਾ ਸਿਲੇਬਸ? ਸੋ ਵਕੀਲ ਜਿਹੜਾ ਹੈ ਉਹਨੇ ਕੀ ਦਲੀਲ ਦਿੱਤੀ ਸੀ ਕਿ ਸਾਰੇ ਸਕੂਲਾਂ ਦੇ ਵਿੱਚ ਰੌਲਾ ਸਿਰਫ ਸਿਲੇਬਸ ਦਾ ਹੀ ਹੈ, ਪਰ ਆਖਰ ਸਕੂਲਾਂ ਦੇ ਵਿੱਚ ਇੰਨਾ ਸਿਲੇਬਸ ਲਗਵਾਇਆ ਹੀ ਕਿਉਂ ਜਾਂਦਾ ਆ, ਜਿਹਨੂੰ ਪੂਰਾ ਕਰਦੇ ਬੱਚਿਆਂ ਦਾ ਜਿਹੜਾ ਆ ਬਚਪਨ ਖਤਮ ਹੋ ਜਾਂਦਾ ਆ, ਪਰ ਖਤਮ ਨਹੀਂ ਹੁੰਦਾ ਸਿਲੇਬਸ। ਉਹ ਖੇਡਣ ਲਈ ਵਕਤ ਮੰਗਦੇ ਨੇ ਪਰ ਤੁਸੀਂ ਦੇ ਦਿੰਦੇ ਹੋ ਸਿਲੇਬਸ। ਇਹ ਸਿਲੇਬਸ ਨੂੰ ਪੂਰਾ ਕਰਦੇ
ਕਰਦੇ ਕਰਦੇ ਉਹਨਾਂ ਦੀਆਂ ਅੱਖਾਂ ਤੇ ਐਨਕਾਂ ਲੱਗ ਜਾਂਦੀਆਂ ਨੇ, ਸਿਰ ਹੇਠਾਂ ਨੂੰ ਝੁਕ ਜਾਂਦੇ ਨੇ, ਸਾਰੇ ਸੁਪਨੇ ਮੁੱਕ ਜਾਂਦੇ ਨੇ ਪਰ ਮੁੱਕਦਾ ਨਹੀਂ ਸਿਲੇਬਸ। ਸੋ ਦੇਖੋ ਕਿੰਨੀ ਅੱਛੀ ਵਰਡਿੰਗ ਲਿਖੀ ਹੋਈ ਹੈ ਇਹਦੇ ਵਿੱਚ ਕਿ ਵਕੀਲ ਜਿਹੜਾ ਹੈ ਉਹ ਇੱਥੇ ਸਿਲੇਬਸ ਦੇ ਵਿਰੁੱਧ ਆਵਾਜ਼ ਉਠਾਉਂਦਾ ਆ। ਉਹ ਕੀ ਕਹਿੰਦਾ ਆ ਕਿ ਸਿਲੇਬਸ ਜਿਹੜਾ ਹੈ ਬਹੁਤ ਜ਼ਿਆਦਾ ਹੈ ਸਾਰੇ ਸਕੂਲਾਂ ਵਿੱਚ, ਔਰ ਇਸ ਸਿਲੇਬਸ ਨੂੰ ਪੂਰਾ ਕਰਦੇ ਕਰਦੇ ਬੱਚੇ ਦਾ ਸਾਰਾ ਬਚਪਨ ਹੀ ਖਤਮ ਹੋ ਜਾਂਦਾ ਹੈ, ਉਹਦੀ ਮਾਸੂਮੀਅਤ ਹੀ ਖਤਮ ਹੋ ਜਾਂਦੀ ਹੈ, ਬੱਚੇ ਦਾ ਬਚਪਨ ਖਤਮ ਹੋ ਜਾਂਦਾ ਹੈ, ਪਰ ਉਹਦਾ ਸਿਲੇਬਸ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ। ਬੱਚੇ ਦੇ ਸਾਰੇ ਸੁਪਨੇ ਖਤਮ ਹੋ ਜਾਂਦੇ ਨੇ ਪਰ ਉਹਦਾ ਸਿਲੇਬਸ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ। ਇੱਕ ਦਿਨ ਇਸ ਸਿਲੇਬਸ ਨੂੰ ਪੂਰਾ ਕਰਦੇ ਕਰਦੇ ਸ਼ਾਇਦ ਉਹ ਖੁਦ ਪੂਰੇ ਹੋ ਜਾਣਗੇ ਪਰ ਫਿਰ ਵੀ ਬਚਿਆ ਰਹੇਗਾ ਸਿਲੇਬਸ। ਆਪਣੇ ਹੱਥੀਂ ਆਪਣੀ ਹੀ ਆਉਣ ਵਾਲੀ ਨਸਲ ਨੂੰ, ਨਸਲ ਮਤਲਬ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰਨ ਵਾਲਿਓ, ਜੇ ਇੱਦਾਂ ਵੱਧਦਾ ਰਿਹਾ ਤੁਹਾਡੇ ਸਕੂਲਾਂ ਦਾ ਸਿਲੇਬਸ, ਬੱਚੇ ਖਤਮ ਹੋ ਜਾਣਗੇ ਦੁਨੀਆ ਤੇ ਰਹਿ ਜਾਏਗਾ ਤੁਹਾਡੇ ਪੱਲੇ ਸਿਰਫ ਸਿਲੇਬਸ। ਹੁਣ ਤੁਸੀਂ ਫੈਸਲਾ ਕਰੋ ਕਿ ਕੀ ਚਾਹੀਦਾ ਹੈ ਤੁਹਾਨੂੰ ਜ਼ਿੰਦਗੀ ਦੇ ਗਿਆਨ ਨਾਲ ਭਰੀ ਆਪਣੀ ਨਵੀਂ ਨਸਲ। ਸੋ ਇਹ ਜਿਹੜਾ ਹੈ ਸਪੈਸ਼ਲ ਤੁਸੀਂ ਖਾਸ ਲਿਖਣਾ ਆ ਕਿ ਜਿਹੜਾ ਹੈ ਵਿੱਕੀ ਭਾਵ ਵਕੀਲ ਜਿਹੜਾ ਹੈ ਉਹ ਸਿਲੇਬਸ ਦਾ ਰੌਲਾ ਪਾਉਂਦਾ ਆ ਕਿ ਅਖੀਰ ਤੇ ਪੱਲੇ ਸਿਰਫ ਸਿਲੇਬਸ ਰਹਿਣਾ, ਕਿਉਂਕਿ ਬੱਚਿਆਂ ਦੀ ਤਾਂ ਜ਼ਿੰਦਗੀ ਖਤਮ ਹੋ ਜਾਣੀ ਹੈ। ਇਹ ਜਿਹੜੀ ਹੈ ਤੁਸੀਂ ਫੈਸਲਾ ਕਰਨਾ ਆ ਕਿ ਤੁਹਾਨੂੰ ਜਿਹੜੀ ਅਗਲੀ ਪੀੜ੍ਹੀ ਹੈ ਉਹ ਗਿਆਨ ਦੇ ਨਾਲ ਭਰੀ ਹੋਈ ਚਾਹੀਦੀ ਹੈ ਜਾਂ ਫਿਰ ਕਿਤਾਬਾਂ ਦੇ ਬੋਝ ਨਾਲ ਜਿਹੜੀ ਹੈ ਉਹ ਥੱਲੇ ਦੱਬਿਆ ਹੋਇਆ ਜਿਹੜਾ ਹੈ ਆਉਣ ਵਾਲਾ ਨਵਾਂ ਜਿਹੜਾ ਦੌਰ ਆ ਉਹ ਚਾਹੀਦਾ ਹੈ, ਨਵੀਂ ਪੀੜ੍ਹੀ ਚਾਹੀਦੀ ਹੈ ਜਿਹੜੀ ਸਿਰਫ ਕਿਤਾਬਾਂ ਦੇ ਬੋਝ ਹੇਠਾਂ ਦੱਬੀ ਹੋਵੇ, ਸਿਲੇਬਸ ਹੇਠਾਂ ਦੱਬੀ ਹੋਵੇ, ਜਾਂ ਫਿਰ ਗਿਆਨ ਦੇ ਨਾਲ ਭਰੇ ਹੋਏ ਬੱਚੇ ਚਾਹੀਦੇ। ਫੈਸਲਾ ਤੁਹਾਡੇ ਹੱਥ ਵਿੱਚ ਹੈ। ਡੈਟਸ ਆਲ ਮਾਈ ਲਾਰਡ। ਕੁਝ ਪਲ ਉਦਾਸੀ ਛਾਈ ਰਹਿੰਦੀ ਹੈ। ਠੀਕ ਹੈ, ਸੋ ਇੱਥੇ ਜਿਹੜਾ ਹੈ ਸਾਫ਼-ਸਾਫ਼ ਲਿਖਿਆ ਹੈ ਵਕੀਲ ਜਿਹੜਾ ਹੈ ਉਹ ਸਿਲੇਬਸ ਦੇ ਵਿਰੁੱਧ ਆਵਾਜ਼ ਉਠਾਉਂਦਾ ਆ। ਉਹ ਇਹ ਕਲਪ ਕੇ ਰੌਲਾ ਪਾਉਂਦਾ ਆ ਕਿ ਇੰਨਾ ਸਿਲੇਬਸ ਲਿਖਵਾਇਆ ਹੀ ਕਿਉਂ ਜਾਂਦਾ ਆ, ਜਿਹਦੇ ਕਰਕੇ ਬੱਚਿਆਂ ਨੂੰ ਖੇਡਣ ਦਾ ਸਮਾਂ ਨਹੀਂ ਮਿਲਦਾ, ਉਹਨਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਪਰ ਉਹਨਾਂ ਦੇ ਸਿਲੇਬਸ ਨਹੀਂ ਮੁੱਕਦਾ, ਉਹਨਾਂ ਦੇ ਸੁਪਨੇ ਖਤਮ ਹੋ ਜਾਂਦੇ ਆ ਪਰ ਸਿਲੇਬਸ ਨਹੀਂ ਖਤਮ ਹੁੰਦਾ। ਔਰ ਕਹਿੰਦੇ ਕਿ ਇੱਕ ਦਿਨ ਇੱਦਾਂ ਆਉਣਾ ਆ ਕਿ ਸਿਲੇਬਸ ਕਰਦੇ ਕਰਦੇ ਬੱਚੇ ਖਤਮ ਹੋ ਜਾਣੇ ਪਰ ਸਿਲੇਬਸ ਖਤਮ ਨਹੀਂ ਹੋਣਾ। ਔਰ ਇਸ ਕਰਕੇ ਜਿਹੜਾ ਹੈ ਫੈਸਲਾ ਹੁਣ ਤੁਹਾਡੇ ਹੱਥ ਵਿੱਚ ਆ, ਵੱਡਿਆਂ ਦੇ ਹੱਥ ਵਿੱਚ ਆ ਕਿ ਉਹਨਾਂ ਨੂੰ ਜਿਹੜਾ ਆ ਕਿਤਾਬਾਂ ਦੇ ਤੇ ਸਿਲੇਬਸ ਦੇ ਬੋਝ ਹੇਠਾਂ ਦੱਬੇ ਹੋਏ ਬੱਚੇ ਚਾਹੀਦੇ ਆ ਜਾਂ ਗਿਆਨ ਦੇ ਨਾਲ ਭਰੇ ਹੋਏ। ਸੋ ਇਹ ਜਿਹੜਾ ਹੈ ਸਾਰੀ ਵਰਡਿੰਗ ਤੁਸੀਂ ਵਕੀਲ ਦੇ ਆਨਸਰ ਵਿੱਚ ਲਿਖਣੀ ਆ ਕਿ ਵਕੀਲ ਕੀ ਦਲੀਲ ਦਿੰਦਾ ਆ। ਇਕਾਂਗੀ ਦੇ ਅੰਤ ਤੇ ਕੀ ਵਾਪਰਦਾ ਹੈ? ਇਕਾਂਗੀ ਦੇ ਅੰਤ ਤੇ ਨੀਲ ਪਰੀ ਦਾ ਸੁਪਨਾ ਟੁੱਟ ਜਾਂਦਾ ਹੈ। ਨਿੱਕੀ ਜਿਹੜੀ ਹੈ ਨੀਲ ਪਰੀ ਬਣਦੀ ਹੈ, ਅਖੀਰ ਦੇ ਵਿੱਚ ਉਹਦਾ ਸੁਪਨਾ ਖਤਮ ਹੋ ਗਿਆ। ਉਹਦੀ ਮਾਂ ਜਿਹੜੀ ਹੈ ਮਤਲਬ ਨਿੱਕੀ ਦੀ ਜਿਹੜੀ ਮੰਮੀ ਹੈ ਉਹਨੂੰ ਉਠਾਉਂਦੀ ਹੈ ਔਰ ਪਾਪਾ ਵੀ ਉਹਦੇ ਸਿਰ ਤੇ ਖੜੇ ਆ ਤੇ ਉਹਨੂੰ ਪੜ੍ਹਨ ਦੇ ਲਈ ਕਹਿੰਦੇ ਆ ਔਰ ਉਹਨੂੰ ਡਾਂਟ ਪੈ ਰਹੀ ਹੈ ਕਿ ਜਿਹੜੀ ਨਿੱਕੀ ਹੈ ਉਹ ਦਿਨੇ ਵੀ ਸੁੱਤੀ ਰਹਿੰਦੀ ਹੈ। ਔਰ ਜਿਹੜਾ ਇਕਾਂਗੀ ਦੇ ਸ਼ੁਰੂ ਦੇ ਵਿੱਚ ਸਾਡੇ ਸਾਹਮਣੇ ਦ੍ਰਿਸ਼ ਆਇਆ ਸੀ, ਸੇਮ ਉਸੇ ਤਰ੍ਹਾਂ ਹੀ ਜਿਹੜਾ ਹੈ ਫਿਰ ਦ੍ਰਿਸ਼ ਸਾਡੇ ਸਾਹਮਣੇ ਆਉਂਦਾ ਹੈ ਕਿ ਜਿਸ ਤਰ੍ਹਾਂ ਇਕਾਂਗੀ ਦੇ ਸ਼ੁਰੂ ਦੇ ਵਿੱਚ ਬੱਚਿਆਂ ਦੇ ਉੱਪਰ ਬਸਤੇ ਦਾ ਬੋਝ ਸੀ, ਪੜ੍ਹਾਈ ਦਾ ਬੋਝ ਸੀ, ਮਾਤਾ ਪਿਤਾ ਉਹਨੂੰ ਸਾਰਾ ਦਿਨ ਹੋਮਵਰਕ ਕਰਨ ਦਾ ਹੀ ਰੌਲਾ ਪਾਉਂਦੇ ਸੀ, ਉਸੇ ਤਰ੍ਹਾਂ ਇਕਾਂਗੀ ਦੇ ਅਖੀਰ ਤੇ ਫਿਰ ਨਿੱਕੀ ਦੇ ਜਿਹੜੇ ਮੰਮੀ ਪਾਪਾ ਆ ਉਹਦੇ ਸਿਰ ਤੇ ਖੜੇ ਹੋਏ ਨਜ਼ਰ ਆਉਂਦੇ ਆ ਤੇ ਰੌਲਾ ਪਾ ਰਹੇ ਆ ਕਿ ਉੱਠ ਕੇ ਤੂੰ ਪੜ੍ਹ ਲੈ। ਸੋ ਇਕਾਂਗੀ ਦੇ ਜਿਹੜਾ ਅੰਤ ਦੇ ਉੱਪਰ ਜਿਹੜੀ ਸੇਮ ਸਮੱਸਿਆ ਸੀ ਪੜ੍ਹਾਈ ਦਾ ਬੋਝ, ਉਹ ਉਸੇ ਦੀ ਉਸੇ ਤਰ੍ਹਾਂ ਲਟਕਦਾ ਹੈ। ਉਸੇ ਤਰ੍ਹਾਂ ਜਿਹੜੇ ਬੱਚੇ ਆ ਉਹ ਦੋ ਤਣੀਆਂ ਦੇ ਫੰਦੇ ਦੇ ਵਿੱਚ ਫਸੇ ਹੋਏ ਨਜ਼ਰ ਆਉਂਦੇ ਆ ਔਰ ਅਖੀਰ ਤੇ ਜਿਹੜਾ ਹੈ ਉਹ ਤੁਸੀਂ ਆਹ ਲਾਸਟ ਦੇ ਉੱਪਰ ਜਿਹੜੀ ਆ ਸਮਾਪ ਕਰਨਾ ਆ ਕਿ ਉਸੇ ਤਰ੍ਹਾਂ ਜਿਹੜਾ ਫਾਂਸੀ ਦੇ ਫੰਦਿਆਂ ਵਾਂਗ ਲਟਕੇ ਹੋਏ ਆ ਨਿੱਕੀ ਵਿੱਕੀ ਬਹੁਤ ਸਾਰੇ ਬੱਚੇ ਹੱਥ ਪਿਛਾਂ ਕਰਕੇ ਜਿਵੇਂ ਬੰਨੇ ਹੁਣ ਧੀਮੇ ਧੀਮੇ ਚੱਲਦੇ ਸਿਰ ਝੁਕਾਈ ਆਉਂਦੇ ਹਨ, ਆ ਕੇ ਬਸਤਿਆਂ ਦੇ ਵਿੱਚੋਂ ਦੀ ਸਾਹਮਣੇ ਵੇਖਦੇ ਹਨ ਤੇ ਫਿਰ ਅੱਖਾਂ ਬੰਦ ਕਰਦੇ ਹੋਏ ਹੌਲੀ ਹੌਲੀ ਸਿਰ ਝੁਕਾ ਲੈਂਦੇ ਹਨ। ਦ੍ਰਿਸ਼ ਇਸੇ ਤਰ੍ਹਾਂ ਫਰੀਜ਼ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਮਤਲਬ ਉਸੇ ਤਰ੍ਹਾਂ ਹੀ ਜਿਹੜਾ ਹੈ ਬੱਚੇ ਸਾਨੂੰ ਪੜ੍ਹਾਈ ਦੇ ਬੋਝ ਹੇਠਾਂ ਦੱਬੇ ਹੋਏ ਨਜ਼ਰ ਆਉਂਦੇ ਆ, ਉਸੇ ਤਰ੍ਹਾਂ ਨਿੱਕੀ ਤੇ ਵਿੱਕੀ ਦੇ ਪਾਪਾ ਉਹਨੂੰ ਹੋਮਵਰਕ ਦਾ ਤੇ ਪੜ੍ਹਾਈ ਦਾ ਰੌਲਾ ਪਾ ਰਹੇ ਆ ਔਰ ਉਸੇ ਤਰ੍ਹਾਂ ਕਹਿੰਦੇ ਆ ਕਿ ਚੱਕੋ ਬਸਤਾ ਤੇ ਆਪਣੀ ਪੜ੍ਹਾਈ ਕਰਨੀ ਸ਼ੁਰੂ ਕਰੋ। ਸੋ ਇਕਾਂਗੀ ਦੇ ਅਖੀਰ ਤੇ ਜਿਹੜੀ ਹੈ ਸਾਨੂੰ ਜਿਹੜੀ ਸਮੱਸਿਆ ਸ਼ੁਰੂ ਹੋਈ ਸੀ ਉਸੇ ਸਮੱਸਿਆ ਤੇ ਹੀ ਇਕਾਂਗੀ ਦਾ ਅੰਤ ਹੁੰਦਾ ਵਿਖਾਈ ਦਿੰਦਾ ਹੈ। ਠੀਕ ਹੈ, ਸੋ ਇਸ ਤਰ੍ਹਾਂ ਬੇਟੇ ਤੁਸੀਂ ਜਿਹੜੀ ਆ ਇਹਦੀ ਕੁਐਸਚਨ ਆਨਸਰਸ ਦੀ ਤਿਆਰੀ ਕਰਨੀ ਹੈ। ਠੀਕ ਹੈ, ਸੋ ਓਕੇ ਬੱਚੇ, ਥੈਂਕ ਯੂ ਸੋ ਮਚ।